ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੇਰਾ ਸਲਾਮ ਔਰ ਸਬਤ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਆਈਏ ਅੱਜ ਦੇ ਵਚਨ ਦੇ ਵਿੱਚ ਅੱਗੇ ਵਧਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਆ ਉਹ ਇਹ ਆ ਕਿ ਚੇਲਿਆਂ ਨੇ ਸਬਤ ਦਾ ਪਾਲਣ ਕੀਤਾ ਜਾਂ ਨਹੀਂ। ਬਹੁਤ ਸਾਰੇ ਲੋਕ ਜਿਹੜੇ ਆ ਕਹਿੰਦੇ ਆ ਕਿ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸਬਤ ਨੂੰ ਬਦਲ ਦਿੱਤਾ ਸੀ। ਜਦੋਂ ਪ੍ਰਭੂ ਯਿਸੂ ਮਸੀਹ ਦੀ ਕ੍ਰੋਸ ਹੋਈ ਸਬਤ ਉਦੋਂ ਖਤਮ ਕਰ ਦਿੱਤਾ ਗਿਆ ਸੀ। ਉਹ ਅਸੀਂ ਵੇਖਿਆ ਕਿ ਇਹੋ ਜਿਹਾ ਬਾਈਬਲ ਦੇ ਵਿੱਚ ਕੁਝ ਮਿਲਿਆ ਹੀ ਨਹੀਂ ਜਿਹਦੇ ਨਾਲ ਖਤਮ ਕੀਤਾ ਹੋਵੇ। ਨੈਤਿਕ ਵਿਵਸਥਾ ਪਰਮੇਸ਼ਰ ਨੇ ਕਦੀ ਖਤਮ ਨਹੀਂ ਕੀਤੀ ਔਰ ਸਬਤ ਜਿਹੜਾ ਵਾ ਉਹ ਨੈਤਿਕ ਵਿਵਸਥਾ ਦੇ ਵਿੱਚ ਆਉਂਦਾ ਵਾ। ਤੇ ਇਸ ਤੋਂ ਬਾਅਦ ਜਿਹੜਾ ਵਾ ਰੀਤੀਆਂ ਦੀ ਵਿਵਸਥਾ ਪਰਮੇਸ਼ਰ ਨੇ ਜਿਹੜੀ ਆ ਉਹ ਖਤਮ ਕਰ ਦਿੱਤੀ ਸੀ। ਹੁਣ ਅਸੀਂ ਇਹ ਵੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਸਬਤ ਨੂੰ ਖਤਮ ਕੀਤਾ ਕਿ ਸ਼ਨੀਵਾਰ ਸਬਤ ਛੱਡ ਕੇ ਅਸੀਂ ਨਵਾਂ ਸਬਤ ਜਿਹੜਾ ਵਾ ਉਹ ਪਹਿਲੇ ਦਿਨ ਤੋਂ ਹਫਤੇ ਦੇ ਪਹਿਲੇ ਦਿਨ ਤੋਂ ਜਿਹੜਾ ਕਿ ਐਤਵਾਰ ਤੋਂ ਸ਼ੁਰੂ ਕਰ ਸਕਦੇ ਹਾਂ। ਤੇ ਕੀ ਇਹੋ ਜਿਹਾ ਚੇਲਿਆਂ ਨੂੰ ਪਰਮੇਸ਼ਰ ਨੇ ਕੁਝ ਸਿੱਖਿਆ ਦਿੱਤੀ ਜਾਂ ਕੋਈ ਵੇਖਣ ਨੂੰ ਮਿਲਿਆ? ਕਿਉਂਕਿ ਅਸੀਂ ਹੁਣ ਤੱਕ ਜਿੰਨੀਆਂ ਵੀ ਸਬਤ ਦੇ ਬਾਰੇ ਸਰਮਨ ਜਿਹੜੇ ਆ ਉਹ ਸੁਣੇ, ਜਿੰਨੀਆਂ ਵੀ ਹੁਣ ਤੱਕ ਵਰਸਾਂ ਪੜੀਆਂ, ਉਹਨਾਂ ਤੋਂ ਕਿਤੇ ਜਿਹੜਾ ਵਾ ਇਹ ਸਾਨੂੰ ਸਬੂਤ ਸਾਡੇ ਕੋਲੇ ਨਹੀਂ ਕਿ ਅਸੀਂ ਸੰਡੇ ਦੇ ਦਿਨ ਪਹਿਲੇ ਦਿਨ ਜਿਹੜਾ ਵਾ ਉਹ ਅਸੀਂ ਪਵਿੱਤਰ ਮੰਨ ਕੇ ਤੇ ਨਵਾਂ ਸਬਤ ਜਾਣ ਕੇ ਬੰਦਗੀ ਕਰ ਸਕੀਏ। ਇਹੋ ਜਿਹਾ ਸਾਨੂੰ ਕੋਈ ਸਬੂਤ ਜਿਹੜਾ ਵਾ ਉਹ ਬਾਈਬਲ ਚੋਂ ਨਹੀਂ ਮਿਲੇ। ਤੇ ਨਾ ਹੀ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਇਹੋ ਜਿਹੀ ਸਿੱਖਿਆ ਆਪਣੇ ਚੇਲਿਆਂ ਨੂੰ ਦਿੱਤੀ ਔਰ ਨਾ ਹੀ ਕਿਸੇ ਨੂੰ ਕੁਛ ਆਖਿਆ ਕਿ ਹੁਣ 7ਵਾਂ ਦਿਨ ਜਿਹੜਾ ਵਾ 7ਵੇਂ ਦਿਨ ਦੀ ਪਵਿੱਤਰ ਸਭਾ ਬਦਲ ਕੇ ਆਪਾਂ ਪਹਿਲੇ ਦਿਨ ਪਵਿੱਤਰ ਸਭਾ ਕਰਿਆ ਕਰਾਂਗੇ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਇਹੋ ਜਿਹਾ ਕੁਛ ਵੀ ਜਿਹੜਾ ਵਾ ਉਹ ਨਹੀਂ ਦੱਸਿਆ। ਔਰ ਜਦੋਂ ਅਸੀਂ ਚਾਰਾਂ ਸੁਸਮਾਚਾਰਾਂ ਦੇ ਵਿੱਚ ਪੜ੍ਹਦੇ ਹਾਂ, ਮੱਤੀ, ਮਰਕੁਸ, ਲੂਕਾ, ਯੋਹੰਨਾ, ਤੇ ਪ੍ਰਭੂ ਯਿਸੂ ਮਸੀਹ ਨੇ ਖੁਦ ਵੀ ਸਬਤ ਦਾ ਪਾਲਣ ਕੀਤਾ ਔਰ ਸਬਤ ਦਾ ਪਾਲਣ ਕਰਨ ਦੀ ਸਿੱਖਿਆ ਵੀ ਦਿੱਤੀ, ਆਗਿਆ ਵੀ ਦਿੱਤੀ। ਤੇ ਅਸੀਂ ਇਹ ਵੇਖਾਂਗੇ ਕਿ ਸਾਡਾ ਜਿਹੜਾ ਉद्धारकर्ता ਪਰਮੇਸ਼ਵਰ ਆ, ਪ੍ਰਭੂ ਯਿਸੂ ਮਸੀਹ ਆ, ਕਿ ਉਹਨੇ ਇਸ ਚੀਜ਼ ਨੂੰ ਬਦਲਿਆ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ, ਸਬਤ ਦੀ ਪਾਲਣਾ ਤੇ ਉਹ ਇਸ ਤਰ੍ਹਾਂ ਕਰਦਾ ਸੀ ਜਿਵੇਂ ਬਸਾ ਦਾ ਪਰਵ ਸੀ, ਉਹਦੀ ਪਾਲਣਾ ਕੀਤੀ, ਹੋਰ ਰੀਤੀ ਰਿਵਾਜਾਂ ਦੇ ਜਿਹੜੀ ਉਹ ਪਾਲਣਾ ਕੀਤੀ। ਤੇ ਇਸੇ ਤਰ੍ਹਾਂ ਉਹਨੇ ਕਿਹਾ ਸਬਤ ਦੀ ਵੀ ਪਾਲਣਾ ਕੀਤੀ। ਤੇ ਉਹ ਜਾਣਦਾ ਸੀ ਕਿ ਜਿਹੜਾ ਫਸਾ ਖਤਮ ਕਰ ਦਿੱਤਾ ਜਾਏਗਾ ਜਾਂ ਹੋਰ ਇਹਨਾਂ ਦੇ ਰੀਤੀ ਰਿਵਾਜ ਖਤਮ ਕਰ ਦਿੱਤੇ ਜਾਣਗੇ। ਅਸੀਂ ਕੀਆ ਸਬਤ ਵੀ ਖਤਮ ਕਰ ਦਿੱਤਾ ਜਾਵੇਗਾ। ਇਸ ਕਰਕੇ ਉਹ ਸਬਤ ਦੇ ਵੀ ਇਹਨਾਂ ਤਿਉਹਾਰਾਂ ਦੇ ਵਾਂਗੂ ਬਾਕੀ ਰੀਤੀ ਰਿਵਾਜਾਂ ਵਾਂਗੂ ਕੀਆ ਉਹ ਪਾਲਣਾ ਕਰਦਾ ਰਿਹਾ। ਤੇ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਉਹ ਸਿੱਖਦੇ ਹਾਂ ਕਿ ਵਾਕਈ ਹੀ ਪਰਮੇਸ਼ਵਰ ਨੇ ਇਹੋ ਜਿਹੀ ਸਿੱਖਿਆ ਦਿੱਤੀ ਜਾਂ ਤਾਂ ਇਹੋ ਜਿਹਾ ਕੋਈ ਟਾਈਮ ਖਰਾਬ ਕੀਤਾ ਲੋਕਾਂ ਦੇ ਵਿੱਚ ਇਹੋ ਜਿਹੀ ਗੱਲ ਕਰਕੇ ਕੋਈ ਜਿਹੜੀ ਬਾਅਦ ਚੋਂ ਖਤਮ ਹੋ ਜਾਣੀ। ਤੇ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਮੱਤੀ ਦੀ ਕਿਤਾਬ, ਉਹਦਾ 28 ਅਧਿਆਏ, ਉਹਦਾ 19 ਔਰ 20 ਵਚਨ। ਮੱਤੀ ਦੀ ਕਿਤਾਬ 28 ਅਧਿਆਏ 19 ਔਰ 20 ਵਚਨ। ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਦੇ ਹਾਂ ਕਿ ਪਰਮੇਸ਼ਵਰ ਨੇ ਚੇਲਿਆਂ ਨੂੰ ਆਖਿਆ ਕਿ ਹੁਣ ਤੁਸੀਂ ਨਵੇਂ ਸਬਤ ਦੀ ਤਿਆਰੀ ਕਰੋ। 7ਵੇਂ ਦਿਨ ਦਾ ਸਬਤ ਖਤਮ ਕਰ ਦਾਂਗੇ ਆਪਾਂ ਤੇ ਪਹਿਲੇ ਦਿਨ ਦਾ ਸਬਤ ਜਿਹੜਾ ਸ਼ੁਰੂ ਕਰ ਦਾਂਗੇ। ਅਸੀਂ ਪਰਮੇਸ਼ਵਰ ਦੇ ਵਚਨ ਚੋਂ ਪੜ੍ਹਦੇ ਹਾਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੇ ਕਿਸੇ ਨੂੰ ਕੋਈ ਇਹੋ ਜਿਹੀ ਸਿੱਖਿਆ ਦਿੱਤੀ ਜਿਹੜਾ ਕਿ ਕਿਸੇ ਨੂੰ ਸਬਤ ਬਦਲਣ ਦਾ ਸੰਕੇਤ ਮਿਲਿਆ ਹੋਵੇ ਜਾਂ ਫਿਰ ਚੇਲਿਆਂ ਨੇ ਬਦਲਿਆ ਹੋਵੇ। ਇਹੋ ਜਿਹੀ ਕੋਈ ਸਿੱਖਿਆ ਅਸੀਂ ਵੇਖਦੇ ਹਾਂ। ਹਾਂਜੀ, ਜਿਹਨੂੰ ਮਿਲ ਗਿਆ ਪੜ੍ਹ ਸਕਦਾ। ਮੱਤੀ ਦੀ ਕਿਤਾਬ ਉਹਦਾ 28 ਅਧਿਆਏ 19 और 20 वचन जोर दे। इसलिए तुम जाओ, सब जातियों के लोगों को चेला बनाओ। हाँ, किन्ना इस करके तुसी जाओ ते सारी जातियों दे लोकां नूं की करो? चेला बनाओ। हाँ जी। और उन्हें पिता और पुत्र और पवित्र आत्मा के नाम से बपतिस्मा दो। उन्हां नूं पिता, पुत्र और पवित्र आत्मा दे नाम से की करो? बपतिस्मा दो। और उन्हें सब बातें जो मैंने तुम्हें आज्ञा दी है मानना सिखाओ। हाँ, ये जड़ी मैं आज्ञा दी है तुहानू ये सारियां गल्लां उन्हां नूं की करो? मनणियां सिखाओ। जड़ियां गल्लां मैं तुहानू सिखाईयां ने। इहदा मतलब है कि जड़ी चीज प्रभु यीशु मसीह ने चेलियां नूं सिखाई ते उन्हां दे हिसाब दे नाल फिर उन्हें टाइम खराब कीता आपदा चेलियां नूं सिखा के। मतलब उन्हें 3.5 साल
ਜਾਂ ਟਾਈਮ ਹੀ ਖਰਾਬ ਕੀਤਾ ਉਹਦੇ ਚੇਲਿਆਂ ਨੂੰ ਕਿ ਅੱਜ ਮੈਂ ਤੁਹਾਨੂੰ ਸਿਖਾ ਦਿੰਦਾ ਨਾ ਮੇਰੀ ਮੌਤ ਤੋਂ ਬਾਅਦ ਖਤਮ। ਇਸ ਕਰਕੇ ਸਿਖਾਇਆ ਸੀ ਮਸੀਹ ਨੇ ਚੇਲਿਆਂ ਨੂੰ, ਹਾਂ ਜਾਂ ਨਾ? ਇਸੇ ਕਰਕੇ ਸਿਖਾਇਆ ਨਾ ਕਿ ਮੈਂ ਮਰ ਜਾਵਾਂਗਾ ਤੇ ਤੁਸੀਂ ਪਰ ਸਬਤ ਦੀ ਪਾਲਣਾ ਨਹੀਂ ਕਰਦੇ, ਤੁਸੀਂ ਆਪਣੀ ਮਰਜ਼ੀ ਕਰਿਆ ਜੇ। ਇਹੋ ਜਿਹਾ ਤਾਂ ਕੁਛ ਨਹੀਂ ਆਖਿਆ। ਕਹਿੰਦਾ ਜਾਓ ਤੇ ਇਹਨਾਂ ਲੋਕਾਂ ਨੂੰ ਕੀ ਕਰੋ, ਚੇਲਾ ਬਣਾਓ। ਜਾਤੀ ਜਾਤੀ ਦੇ ਲੋਕਾਂ ਨੂੰ ਕੀ ਕਰੋ, ਚੇਲਾ ਬਣਾਓ ਔਰ ਉਹਨਾਂ ਨੂੰ ਪਿਤਾ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ। ਜਿਹੜੀਆਂ ਸਿੱਖਿਆਵਾਂ ਮੈਂ ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਆ ਉਹ ਸਿੱਖਿਆ ਇਹਨਾਂ ਨੂੰ ਕੀ ਕਰੋ, ਦੋ। ਤੇ ਪਰਮੇਸ਼ਰ ਨੇ ਇਹੋ ਜਿਹੀ ਸਿੱਖਿਆ ਦਿੱਤੀ ਸੀ ਕਿ ਇਹ ਮੇਰੀਆਂ ਆਗਿਆਵਾਂ ਨੂੰ ਭੁੱਲ ਜਾ ਜੇ। ਪਰ ਪਰਮੇਸ਼ਰ ਨੇ ਨਹੀਂ ਆਖਿਆ ਵੀ ਇਹ ਭੁੱਲ ਜਾ ਜੇ। ਪਰਮੇਸ਼ਰ ਕਹਿੰਦਾ ਵੀ ਪਹਿਲਾਂ ਖੁਦ ਚੱਲੋ ਫਿਰ ਕੀ ਕਰੋ, ਚੱਲਣਾ ਸਿਖਾਓ। ਤੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਸਮਾਂ ਖਰਾਬ ਨਹੀਂ ਕੀਤਾ ਇਹਨਾਂ ਕੰਮਾਂ ਦੇ ਵਿੱਚ। ਉਹ ਚੀਜ਼ਾਂ ਸਿਖਾਉਂਦਾ ਹੀ ਕਿਉਂ ਜਿਹੜੀਆਂ ਖਤਮ ਕਰਨੀਆਂ ਸੀ। ਅਸੀਂ ਮੰਨ ਲਓ ਕਿਸੇ ਬੱਚੇ ਨੂੰ ਕੋਈ ਚੀਜ਼ ਸਿਖਾਉਂਦੇ ਆ ਤੇ ਇਸ ਕਰਕੇ ਸਿਖਾਈਦੀ ਹੈ ਕਿ ਉਹ ਭੁੱਲ ਜੇ ਬਾਅਦ ਚੋਂ, ਜਾਂ ਉਹਨੂੰ ਛੱਡ ਦੇ ਤੋਂ ਪਿੱਛੇ ਹਟ ਜੇ। ਚੰਗੀਆਂ ਆਦਤਾਂ ਸਿਖਾਈ ਜਾਂਦੀਆਂ ਇਸ ਕਰਕੇ ਸਿਖਾਈਆਂ ਜਾਂਦੀਆਂ ਵੀ ਅਸੀਂ ਮਰ ਜਾਈਏ ਤੇ ਸਾਰੀਆਂ ਆਦਤਾਂ ਆਪਣੀਆਂ ਮਰਜ਼ੀ ਨਾਲ ਚੱਲਣ ਲੱਗ ਜੇ। ਇਸ ਕਰਕੇ ਅਸੀਂ ਸਿਖਾਉਂਦੇ ਹਾਂ ਚੰਗੀਆਂ ਆਦਤਾਂ। ਹਾਂਜੀ ਅੰਕਲ ਜੀ? ਨਹੀਂ, ਅਸੀਂ ਸਿਖਾਉਂਦੇ ਹਾਂ ਵੀ ਇਹਨੂੰ ਅੱਜ ਚੰਗੀ ਸਿੱਖਿਆ ਦੇਵਾਂਗੇ, ਮੇਰੇ ਮਰਨ ਤੋਂ ਬਾਅਦ ਮੈਂ ਹੋਵਾਂ ਜਾਂ ਨਾ ਹੋਵਾਂ ਇਹ ਕੀ ਕਰੇ, ਇਸ ਸਿੱਖਿਆ ਦੇ ਉੱਤੇ ਚੱਲਦਾ ਰਵੇ। ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਹਾਂ। ਤੇ ਪਰਮੇਸ਼ਵਰ ਕਿਸ ਤਰ੍ਹਾਂ ਜਿਹੜਾ ਆਪਦੇ ਚੇਲਿਆਂ ਦੇ ਵਿੱਚ ਸਮਾਂ ਬਰਬਾਦ ਕਰ ਸਕਦਾ ਸੀ। ਜਿੰਨਾ ਚਿਰ ਵੀ ਆਪਦੇ ਚੇਲਿਆਂ ਨੂੰ ਆਪਦੇ ਨਾਲ ਰੱਖਿਆ ਉਹਨੇ ਕਦੀ ਵੀ ਟਾਈਮ ਖਰਾਬ ਨਹੀਂ ਕੀਤਾ। ਇਸ ਕਰਕੇ ਟਾਈਮ ਨਹੀਂ ਖਰਾਬ ਕੀਤਾ ਵੀ ਬਾਅਦ ਚੋਂ ਕੇ ਚਲੋ ਜੀ ਠੀਕ ਹੈ ਜਿਸ ਤਰ੍ਹਾਂ ਤੁਹਾਨੂੰ ਸਮਝ ਆਇਆ ਉਸ ਤਰ੍ਹਾਂ ਕਰ ਲਓ, ਚਲੋ ਜੀ ਠੀਕ ਹੈ ਤੁਸੀਂ ਨਵੇਂ ਸਬਤ ਦੀ ਤਿਆਰੀ ਕਰ ਲਓ। ਔਰ ਇਸ ਕਰਕੇ ਵੀ ਨਹੀਂ ਉਹਨੇ ਸਮਾਂ ਬਰਬਾਦ ਕੀਤਾ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਅੱਜ ਸਿਖਾਉਣਾ ਵਾ ਕੁਝ ਸਮੇਂ ਬਾਅਦ ਜਿਹੜੀਆਂ ਖਤਮ ਹੋ ਜਾਣੀਆਂ। ਜੇ ਖਤਮ ਹੀ ਹੋ ਜਾਣੀਆਂ ਨੇ ਫਿਰ ਆਪਾਂ ਸਿਖਾਉਂਦੇ ਕਿਉਂ? ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਜੋ ਸਿਖਾਇਆ ਉਹ ਹੀ ਸਿਖਾਇਆ ਜਿਹੜਾ ਉਹਨਾਂ ਦਾ ਅੰਤ ਤੱਕ ਨਾਲ ਜਾਣ ਵਾਲੀ ਚੀਜ਼ ਸੀ। ਜਿਹੜੀ ਅੰਤ ਤੱਕ ਸਿੱਖਿਆ, ਜਿੰਨਾ ਚਿਰ ਉਹ ਮਰ ਨਹੀਂ ਜਾਂਦੇ ਉਹਨਾਂ ਚਿਰ ਤੱਕ ਦੀ ਸਿੱਖਿਆ ਜਿਹੜੀ ਪਰਮੇਸ਼ਰ ਨੇ ਦਿੱਤੀ। ਫਿਰ ਜਿਹੜੀ ਚੀਜ਼ ਖਤਮ ਨਹੀਂ ਸੀ ਹੋਣੀ ਪਰਮੇਸ਼ਰ ਉਹਦੇ ਤੇ ਜ਼ੋਰ ਦਿੰਦਾ। ਪਰਮੇਸ਼ਰ ਕਹਿੰਦਾ ਨਹੀਂ ਨਹੀਂ ਜੀ ਸਬਤ ਬਸ ਖਤਮ ਹੋ ਜਾਣਾ, ਤੁਸੀਂ ਪਹਿਲੇ ਸਬਤ ਦੀ ਤਿਆਰੀ ਕਰੋ, ਨਵੇਂ ਸਬਤ ਦੇ ਜਸ਼ਨ ਦੀ ਖੁਸ਼ੀ ਮਨਾਓ। ਤੁਸੀਂ ਇਹ ਤੇ ਨਾ ਬਸ ਹੁਣ ਸਬਤ ਆਪਾਂ ਨਾ ਹੀ ਨਹੀਂ ਲੈਣਾ ਕਹਿ ਸਕਦਾ ਸੀ ਨਾ। ਕਿਹੜੀ ਚੀਜ਼ ਸਿਖਾਉਣੀ ਸੀ ਜਿਹੜੀ ਉਹਦੇ ਬਾਅਦ ਚੇਲੇ ਕਰਦੇ, ਤੇ ਸਿਖਾਈ ਕਿਹੜੀ ਜਿਹੜੀ ਉਹਦੇ ਬਾਅਦ ਚੇਲੇ ਕਰਦੇ, ਅੱਜ ਵੀ ਕਰਦੇ ਆ। ਲੇਕਿਨ ਕੀ ਆ ਕਿ ਕੁਝ ਲੋਕ ਕਹਿੰਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਵਾ ਇਹ ਖਤਮ ਕਰ ਦਿੱਤਾ ਸੀ। ਕਦੀ ਕਹਿੰਦੇ ਉਹਦੇ ਚੇਲਿਆਂ ਨੇ ਖਤਮ ਕਰ ਦਿੱਤਾ ਸੀ। ਤਰ੍ਹਾਂ ਤਰ੍ਹਾਂ ਦੇ ਆਪਦੇ ਜਿਹੜਾ ਉਹ ਜਵਾਬ ਜਿਹੜੇ ਆ ਉਹ ਦਿੰਦੇ ਆ, ਦਾਅਵੇ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਦੇ ਆ। ਲੇਕਿਨ ਇਸ ਵਚਨ ਨੂੰ ਅਸੀਂ ਪੜਿਆ, ਇਹਦੇ ਚ ਪਰਮੇਸ਼ਰ ਨੇ ਕਿਹਾ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਮੰਨਣੀਆਂ ਸਿਖਾਈਆਂ ਨੇ ਕੀ ਕਰੋ, ਉਹਨਾਂ ਨੂੰ ਮੰਨਣਾ ਸਿਖਾਓ। ਜਿਹੜੀ ਮੈਂ ਤੁਹਾਨੂੰ ਆਗਿਆ ਦਿੱਤੀ ਆ ਉਹਨਾਂ ਨੂੰ ਮੰਨਣਾ ਸਿਖਾਓ। 10 ਆਗਿਆਵਾਂ ਦੇ ਵਿੱਚ ਜਿਹੜੀਆਂ ਸਾਨੂੰ ਪਰਮੇਸ਼ਰ ਨੇ ਆਗਿਆਵਾਂ ਦਿੱਤੀਆਂ ਸਾਰੀਆਂ ਕੀ ਆ, ਲੋਕਾਂ ਨੂੰ ਮੰਨਣਾ ਸਿਖਾਓ। ਹਰ ਸਬਤ ਦੇ ਦਿਨ ਇਸ ਜਗ੍ਹਾ ਤੇ ਸਿਖਾਇਆ ਜਾਂਦਾ। ਔਰ ਸਪੈਸ਼ਲ ਜਿਹੜਾ ਵਾ ਉਹ ਸਬਤ ਦੇ ਬਾਰੇ ਮੈਨੂੰ ਕਿਸੇ ਦਾ ਫੋਨ ਆਇਆ, ਕਹਿੰਦੇ ਐਤਕੀ ਤੁਸੀਂ ਸਬਤ ਨੂੰ ਬੜਾ ਡਿਟੇਲ ਦੇ ਵਿੱਚ ਲਿਆ। ਕਹਿੰਦੇ ਨਾ ਕਿਦਨ ਜਿਹੜਾ ਵਾ ਇਹਦਾ ਲਾਸਟ ਜਿਹੜਾ ਵਾ ਉਹ ਸਰਮਨ ਹੋਏਗਾ। ਮੈਂ ਕਿਹਾ ਕੋਈ ਪਤਾ ਨਹੀਂ ਆ, ਅਗਰ ਇਹਨੂੰ ਚਾਹੀਏ ਤੇ ਅਸੀਂ ਪੂਰਾ ਸਾਲ ਸਬਤ ਦੇ ਬਾਰੇ ਪ੍ਰਚਾਰ ਕਰ ਸਕਦੇ ਹਾਂ। ਪਰ ਅਸੀਂ ਸ਼ੋਰਟ ਦੇ ਵਿੱਚ ਜਿੰਨਾ ਵੀ ਹੁਣ ਤੱਕ ਅਸੀਂ ਪ੍ਰਚਾਰ ਸੁਣਿਆ ਉਹ ਸਿਰਫ ਅਸੀਂ ਸ਼ੋਰਟ ਦੇ ਵਿੱਚ ਥੋੜਾ ਥੋੜਾ ਕਰਕੇ ਸੁਣਿਆ ਕਿ ਜਿੰਨਾ ਕੁ ਸਾਨੂੰ ਜ਼ਰੂਰਤ ਹੈ ਵੀ ਸਾਨੂੰ ਕੋਈ ਗੁੰਮਰਾਹ ਨਾ ਕਰ ਸਕੇ। ਸਿਰਫ ਮੇਨ ਗੱਲਾਂ ਜਿਹੜੀਆਂ ਸਬਤ ਦੇ ਬਾਰੇ ਕੀਆਂ ਕਿ ਸਾਨੂੰ ਕੋਈ ਪੁੱਠੀ ਸਿੱਧੀ ਮੱਤ ਨਾ ਦੇ ਸਕੇ। ਪਰਮੇਸ਼ਵਰ ਦੇ ਵਚਨਾਂ ਨੂੰ ਛੱਡ ਕੇ ਕੋਈ ਆਪਣੀ ਹੀ ਜਿਹੜੀਆਂ ਗੱਲਾਂ ਸਾਡੇ ਉੱਤੇ ਪ੍ਰਭਾਵਿਤ ਨਾ ਕਰ ਸਕੇ। ਇਸ ਕਰਕੇ ਅਸੀਂ ਸਬਤ ਦੇ ਟੌਪਿਕ ਨੂੰ ਚੁਣਿਆ ਕਿ ਕੋਈ ਸਾਨੂੰ ਜਿਹੜਾ ਇਥੋਂ ਖਿੱਚ ਕੇ ਜਿਹੜਾ ਵਾ ਸ਼ੈਤਾਨ ਦੇ ਪਾਲੇ ਦੇ ਵਿੱਚ ਨਾ ਲੈ ਜਾਵੇ। ਤੇ ਪਰਮੇਸ਼ਰ ਨੇ ਇਹੋ ਜਿਹੀ ਕੋਈ ਸਿੱਖਿਆ ਜਿਹੜੀ ਆ ਉਹ ਨਹੀਂ ਦਿੱਤੀ ਜਿਹਦੇ ਨਾਲ ਇਹ ਸਾਬਿਤ ਹੋਵੇ ਕਿ ਅਸੀਂ ਕੀ ਆ ਹੁਣ ਅਸੀਂ ਨਵੇਂ ਸਬਤ ਨੂੰ ਮਤਲਬ ਹਫ਼ਤੇ ਦੇ ਪਹਿਲੇ ਦਿਨ ਨੂੰ ਜਿਹੜੀ ਆ ਉਹ ਆਰਾਧਨਾ ਕਰ ਸਕਦੇ ਹਾਂ। ਤੇ ਇਸ ਕਰਕੇ ਜਦੋਂ ਅਸੀਂ ਪੜ੍ਹਦੇ ਆ ਕਿ ਪ੍ਰੇਰਿਤਾਂ ਦੇ ਕੰਮ 5 ਅਧਿਆਏ ਉਹਨਾਂ 29 ਵਚਨ, ਇੱਥੇ ਪਰਮੇਸ਼ਰ ਜਿਹੜਾ ਵਾ ਉਹ ਕੀ ਕਹਿੰਦਾ ਵਾ, ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਰਾਮ ਵਾਸਤੇ, ਆਪਣੇ ਸਕੂਨ ਵਾਸਤੇ, ਆਪਣੇ
ਜਿਹੜਾ ਵਾ ਸੁੱਖ ਸੁਵਿਧਾਵਾਂ ਦੇ ਹਿਸਾਬ ਦੇ ਨਾਲ ਬੰਦਗੀ ਕਰ ਲੈਂਦਾ ਹੈ ਔਰ ਆਪਣੇ ਸੁੱਖ ਸੁਵਿਧਾਵਾਂ ਦੇ ਹਿਸਾਬ ਨਾਲ ਚੱਲਦਾ ਹੈ। ਸ਼ਨੀਵਾਰ ਛੁੱਟੀ ਕਰਨਾ ਬਹੁਤ ਮੁਸ਼ਕਿਲ ਹੈ ਬਹੁਤ ਸਾਰੇ ਲੋਕਾਂ ਨੂੰ, ਔਰ ਉਹਨਾਂ ਨੂੰ ਸ਼ਨੀਵਾਰ ਸੰਡੇ ਨੂੰ ਛੁੱਟੀ ਕਰਨਾ ਬੜਾ ਆਸਾਨ ਆ। ਤੇ ਸੁੱਖ ਸੁਵਿਧਾ ਕਹਿੰਦੀ ਹੋ ਗਈ ਆਦਮੀ ਦੀ, ਤੇ ਉਹ ਪਰਮੇਸ਼ਵਰ ਦੀਆਂ ਗੱਲਾਂ ਨੂੰ ਛੱਡ ਕੇ ਤੇ ਆਦਮੀ ਦੀਆਂ ਗੱਲਾਂ ਨੂੰ ਕੀ ਆ ਉਹ ਮੰਨਣ ਲੱਗ ਜਾਂਦਾ, ਆਦਮੀ ਦੀਆਂ ਗੱਲਾਂ ਦੇ ਉੱਤੇ ਜਿਹੜਾ ਵਾ ਅਮਲ ਕਰਨ ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਾਂਜੀ, ਪ੍ਰੇਰਿਤਾਂ ਦੇ ਕੰਮ 5 ਅਧਿਆਏ ਉਹਦਾ 29 ਵਚਨ ਅਸੀਂ ਕਿੰਦੀ ਸੁਣਨੀ ਚਾਹੀਦੀ ਆ? ਸਾਨੂੰ ਆਦਮੀ ਦੀ ਗੱਲਾਂ ਮੰਨਣੀਆਂ ਚਾਹੀਦੀਆਂ ਨੇ ਜਾਂ ਸਾਨੂੰ ਪਰਮੇਸ਼ਵਰ ਦੇ ਵਚਨ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ? ਉਸ ਪਰਮੇਸ਼ਵਰ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ। ਅਸੀਂ ਪਿਛਲੇ ਹਫ਼ਤੇ ਜਿਹੜਾ ਸਿੱਖਿਆ ਸੀ ਕਿ ਪਰਮੇਸ਼ਵਰ ਜਿਹੜਾ ਵਾ ਉਹ ਸਾਨੂੰ ਸਿਖਾਉਂਦਾ ਰਹਿੰਦਾ ਵਾ, ਤੇ ਕਿਉਂ ਨਾ ਅਸੀਂ ਇਸ ਸਬਤ ਦੇ ਸਰਮਨ ਨੂੰ ਸਿੱਖਣ ਦੇ ਲਈ ਆਪਣੀ ਜ਼ੁਬਾਨ ਨੂੰ ਬੰਦ ਕਰਕੇ ਤੇ ਪਰਮੇਸ਼ਵਰ ਦੇ ਵਚਨ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਅੱਜ ਸਾਡੇ ਕੋਲੇ ਪਰਮੇਸ਼ਵਰ ਦਾ ਵਚਨ ਆ ਬੋਲਣ ਦੇ ਲਈ, ਪਰਮੇਸ਼ਵਰ ਦਾ ਵਚਨ ਨੂੰ ਬੋਲਣ ਦਾ ਸਮਾਂ ਦੇਣਾ ਚਾਹੀਦਾ। ਸਾਨੂੰ ਪਰਮੇਸ਼ਵਰ ਦੇ ਵਚਨ ਦੀ ਸੁਣਨੀ ਚਾਹੀਦੀ ਆ, ਕਿਸੇ ਆਦਮੀ ਦੀ ਸਾਨੂੰ ਕੋਈ ਗੱਲ ਨਹੀਂ ਸੁਣਨੀ ਚਾਹੀਦੀ। ਹਾਂਜੀ, ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਪ੍ਰੇਰਿਤਾਂ ਦੇ ਕੰਮ 5 ਅਧਿਆਏ ਉਹਦਾ 29 वचन ਕੀ ਲਿਖਿਆ ਵਾ? तब पतरस और अन्य प्रेरितों ने उत्तर दिया, ਹਾਂਜੀ, मनुष्यों की आज्ञा से बढ़कर परमेश्वर की आज्ञा का पालन करना ही हमारा कर्तव्य है। ਹਾਂ ਚੇਲੇ ਤਾਂ ਖੁਦ ਕਹਿ ਰਹੇ ਨੇ ਆਦਮੀ ਦੀਆਂ ਗੱਲਾਂ ਮੰਨਣ ਨਾਲੋਂ ਪਰਮੇਸ਼ਵਰ ਦੀਆਂ ਗੱਲਾਂ ਮੰਨਣਾ ਸਾਡਾ ਜ਼ਰੂਰੀ ਕੰਮ ਆ, ਸਾਡਾ ਕਰਤੱਵ ਆ, ਸਾਡੀ ਜ਼ਿੰਮੇਵਾਰੀ ਆ। ਆਦਮੀ ਦੀਆਂ ਗੱਲਾਂ ਨੂੰ ਛੱਡ ਕੇ ਪਰਮੇਸ਼ਵਰ ਦੀਆਂ ਗੱਲਾਂ ਨੂੰ ਮੰਨਿਆ ਜਾਵੇ। ਸਾਡੇ ਭਾਈ ਸਾਹਿਬ ਜਦੋਂ ਪਹਿਲੇ ਦਿਨ ਆਏ ਸੀ ਮੈਨੂੰ ਕਹਿੰਦੇ ਵੀ ਤੂੰ ਬਸ ਸਾਨੂੰ ਚੰਗਾ ਕਰ ਦੇ। ਮੈਂ ਕਿਹਾ ਮੈਂ ਨਹੀਂ ਕਰ ਸਕਦਾ ਤੇ ਨਾ ਹੀ ਮੇਰੇ ਤੇ ਭਰੋਸਾ ਰੱਖੀ। ਐਸਾ ਬੋਲਾ था, मेरे पर भरोसा मत रखना, मेरे ਤੇ ਭਰੋਸਾ ਨਾ ਰੱਖਿਆ ਜੇ। ਭਰੋਸਾ ਕਿਹਦੇ ਤੇ ਰੱਖਣਾ ਹੈ? ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਹੈ। ਮੇਰੇ ਕੋਲੋਂ ਸਿੱਖੋ, ਜਿੰਨਾ ਸਿੱਖ ਸਕਦੇ ਜੇ ਉਹਨਾਂ ਸਿੱਖੋ ਮੇਰੇ ਕੋਲੋਂ। ਤੇ ਸਾਨੂੰ ਕੀ ਆ ਸਿੱਖਣਾ ਚਾਹੀਦਾ ਵਾ, ਤੇ ਮੇਰੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਣਾ। ਤੇ ਪਰਮੇਸ਼ਵਰ ਦੇ ਵਚਨ ਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਨਹੀਂ ਕਿਸੇ ਨੂੰ ਦੱਸ ਸਕਦੇ, ਜੋ ਲਿਖਿਆ ਹੈ ਅਸੀਂ ਉਹੀ ਦੱਸ ਸਕਦੇ ਹਾਂ। ਪਰਮੇਸ਼ਵਰ ਦੇ ਵਚਨ ਦੇ ਵਿੱਚ ਪ੍ਰੇਰਿਤਾਂ ਦੇ ਕੰਮ 5 ਅਧਿਆਏ 29 वचन ਹੁਣੇ ਅਸੀਂ ਪੜਿਆ ਕਿ ਆਦਮੀ ਦੀਆਂ ਗੱਲਾਂ ਮੰਨਣ ਨਾਲੋਂ ਜ਼ਿਆਦਾ ਜ਼ਰੂਰੀ ਕਿਹੜੀਆਂ ਗੱਲਾਂ ਮੰਨਣੀਆਂ ਨੇ? ਪਰਮੇਸ਼ਵਰ ਦੀਆਂ। ਤੇ ਕੀ ਪਰਮੇਸ਼ਵਰ ਨੇ ਜਿਹੜੀਆਂ ਗੱਲਾਂ ਤੋਂ ਅਸੀਂ ਪਿਛਲੇ ਸਰਮਨ ਦੇ ਵਿੱਚ ਸੁਣਿਆ ਸੀ ਯਸ਼ਾਇਆ ਦੀ ਕਿਤਾਬ ਦੇ ਵਿੱਚ, ਤੇ ਉਹਦੇ 'ਚ ਦੱਸਿਆ ਗਿਆ ਕਿ ਪਰਮੇਸ਼ਵਰ ਇਹਨਾਂ ਆਗਿਆਵਾਂ ਤੋਂ ਖੁਸ਼ ਹੁੰਦਾ ਹੈ, ਪਰਮੇਸ਼ਵਰ ਆਪਣੀ ਵਿਵਸਥਾ ਤੋਂ ਖੁਸ਼ ਆ। ਤੇ ਫਿਰ ਜਿਹੜੀ ਗੱਲ ਤੋਂ ਪਰਮੇਸ਼ਵਰ ਖੁਸ਼ ਆ ਤੈਨੂੰ ਖਤਮ ਕਰ ਦੇਗਾ? ਨਹੀਂ ਕਰ ਸਕਦਾ। ਤੇ ਇਸ ਕਰਕੇ ਮੰਨ ਲਓ ਇੱਕ ਆ ਪੱਖਾ ਹੈ, ਪੱਖਾ ਚੱਲ ਰਿਹਾ, ਪੱਖੇ ਦੀ ਗਰਮ ਹਵਾ ਹੁੰਦੀ ਆ ਤੇ ਕੂਲਰ ਦੀ ਹਵਾ ਠੰਡੀ ਹੁੰਦੀ ਹੈ। ਤੇ ਮੈਂ ਪੱਖੇ ਤੋਂ ਖੁਸ਼ ਹੋਵਾਂਗਾ ਕਿ ਕੂਲਰ ਤੋਂ? ਮੈਂ ਤਾਂ ਕੂਲਰ ਤੋਂ ਖੁਸ਼ ਹੋਵਾਂਗਾ। ਤੇ ਮੈਂ ਪੱਖਾ ਕਦੋਂ ਬੰਦ ਕਰਾਂਗਾ ਜਾਂ ਕੂਲਰ ਬੰਦ ਕਰਾਂਗਾ? ਮੈਂ ਪੱਖਾ ਬੰਦ ਕਰਾਂਗਾ। ਤੇ ਜਿਹੜੀ ਚੀਜ਼ ਦੀ ਸਾਨੂੰ ਜਿਹੜਾ ਵਾ ਸਮਝਾਉਣ ਦੇ ਲਈ ਮੈਂ ਦੱਸਿਆ ਇਸ ਐਗਜ਼ਾਮਪਲ ਨੂੰ ਕਿ ਜਿਹੜੀ ਚੀਜ਼ ਸਾਨੂੰ ਜ਼ਰੂਰਤ ਆ, ਜਿਹੜੀ ਚੀਜ਼ ਚੱਲਣੀ ਚਾਹੀਦੀ ਆ, ਉਹ ਚੀਜ਼ ਪਰਮੇਸ਼ਵਰ ਨੇ ਬੰਦ ਨਹੀਂ ਕੀਤੀ। ਤੇ ਜਿਹੜੀ ਚੀਜ਼ ਨਹੀਂ ਸੀ ਚੱਲਣੀ ਚਾਹੀਦੀ ਉਹ ਪਰਮੇਸ਼ਵਰ ਨੇ ਆਪਣੀ ਮੌਤ ਦੇ ਬਾਅਦ ਕੀਆ ਖਤਮ ਕਰ ਦਿੱਤੀ। ਉਸ ਤੋਂ ਬਾਅਦ ਸਪੈਸ਼ਲ ਦੱਸਿਆ ਗਿਆ ਬਲੀਆਂ ਚੜਾਉਣੀਆਂ ਬੰਦ ਕੀਤੀਆਂ ਸੀ। ਸਪੈਸ਼ਲ ਬਾਈਬਲ ਦੇ ਵਿੱਚ ਦੱਸਿਆ ਗਿਆ ਪਰਦਾ ਉੱਤੋਂ ਤੋਂ ਲੈ ਕੇ ਥੱਲੇ ਤੱਕ ਪਾਟ ਗਿਆ। ਆਕਾਸ਼ ਦੇ ਵਿੱਚੋਂ ਆਵਾਜ਼ ਆਈ, ਅੱਜ ਤੋਂ ਬਾਅਦ ਕੋਈ ਵੀ ਬਲੀ ਨਹੀਂ ਚੜੇਗੀ, ਕੋਈ ਬਲੀ ਚੜ ਚੁੱਕੀ ਆ। ਉਹ ਦੱਸ ਦਿੱਤਾ। ਤੇ ਸਬਤ ਦੇ ਦਿਨ ਦੇ ਬਾਰੇ ਵੀ ਦੱਸਿਆ ਜਾ ਸਕਦਾ ਸੀ। ਜਦੋਂ ਕਰੋਸ ਤੇ ਚੜਾਇਆ ਕਹਿ ਸਕਦੇ ਸੀ ਕਿ ਅੱਜ ਤੋਂ ਬਾਅਦ ਸਬਤ ਖਤਮ, ਹੁਣ ਆਪਾਂ ਨਵੇਂ ਸਬਤ ਹਫਤੇ ਦੇ ਪਹਿਲੇ ਦਿਨ ਜਿਹੜਾ ਇਕੱਠੇ ਹੋਇਆ ਕਰਾਂਗੇ। ਦੱਸ ਸਕਦੇ ਸੀ? ਦੱਸ ਸਕਦਾ ਸੀ ਕਿ ਨਹੀਂ? ਦੱਸ ਸਕਦਾ ਸੀ। ਪਰ ਪਰਮੇਸ਼ਵਰ ਨੇ ਇਹਨੂੰ ਬਦਲਣ ਦਾ ਕੋਈ ਪਲਾਨ ਜਿਹੜਾ ਵਾ ਉਹ ਨਹੀਂ ਬਣਾਇਆ। ਸਬਤ ਦਾ ਦਿਨ ਆਦਮੀ ਦੇ ਉद्धार ਦੀ ਯੋਜਨਾ ਦੇ ਵਿੱਚ ਆਉਣ ਵਾਲਾ ਇੱਕ ਦਿਨ ਹੈ। ਤੇ ਇਸ ਕਰਕੇ ਚੇਲਿਆਂ ਨੇ ਜਿਹੜਾ ਵਾ ਉਹ ਇਸ ਚੀਜ਼ ਨੂੰ ਨਹੀਂ ਬਦਲਿਆ। ਗਲਾਤੀਆਂ ਦੇ ਕਿਤਾਬ ਪਹਿਲਾ ਦੇ ਉਹਦੇ 10ਵੇਂ वचन ਦੇ ਵਿੱਚ ਪੜ੍ਹੀ, ਉਹਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਮਿਲਦਾ ਵਾ ਕਿ ਸਾਨੂੰ ਆਦਮੀ ਦੀ ਗੱਲ ਮੰਨਣੀ ਚਾਹੀਦੀ ਆ ਜਾਂ ਸਾਨੂੰ ਪਰਮੇਸ਼ਵਰ ਦੀ ਗੱਲ ਮੰਨਣੀ ਚਾਹੀਦੀ ਆ। ਹਾਂਜੀ, ਗਲਾਤੀਆਂ ਦੀ ਕਿਤਾਬ
ਪਹਿਲਾ ਅਧਿਆਇ ਉਹਦਾ 10 ਵਚਨ। ਸਾਨੂੰ ਆਦਮੀ ਨੂੰ ਖੁਸ਼ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਆਦਮੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਕਿਵੇਂ ਨਾ ਆਦਮੀ ਨੂੰ ਖੁਸ਼ ਕਰ ਲਾਂ, ਵਧੀਆ ਜਿਹੀਆਂ ਫੁੱਲੀਆਂ ਪਾਦਾ ਇੱਕ ਵਾਰੀ ਇਹ ਜਿਹੜਾ ਉਹ ਮੇਰੇ ਕੋਲੇ ਆਉਣ ਲੱਗ ਜੇ। ਆਦਮੀ ਨੂੰ ਖੁਸ਼ ਨਹੀਂ ਕਰਨਾ। ਚੇਲਿਆਂ ਨੇ ਜਾਂ ਪੁਰਾਣੇ ਸਮੇਂ ਦੇ ਭਵਿੱਖਤ ਵਕਤਾਂ ਨੇ, ਹੁਣ ਉਹਨਾਂ ਦਾ ਜ਼ਮਾਨਾ ਨਹੀਂ ਆ, ਲੇਕਿਨ ਭਾਵੇਂ ਉਹ ਰਾਜਾ ਸੀ ਜਾਂ ਕੋਈ ਆਮ ਆਦਮੀ ਸੀ, ਸਿੱਧਾ ਉਹਨੂੰ ਬਿਲਕੁਲ ਆਮਣੇ ਸਾਹਮਣੇ ਹੋ ਕੇ ਗੱਲ ਕੀਤੀ ਵੀ ਆਹ ਕੰਮ ਤੂੰ ਬੁਰਾ ਕਰਦਾ, ਤੇਰਾ ਅੰਤ ਬੜਾ ਬੁਰਾ ਹੋਣ ਵਾਲਾ ਹੈ। ਪਰਮੇਸ਼ਵਰ ਦੀ ਵੱਲ ਮੁੜਿਆ, ਬਿਲਕੁਲ ਕਲੀਅਰ ਦੱਸਿਆ। ਅੱਜ ਲੋਕ ਕੀ ਕਹਿੰਦੇ ਆ ਵੀ ਜੇ ਮੈਨੂੰ ਕੁਝ ਕਿਹਾ ਤਾਂ ਗੁੱਸਾ ਨਾ ਕਰ ਜੇ, ਜੇ ਇਹਨੂੰ ਕਿਹਾ ਤੇ ਇਹ ਨਾਰਾਜ਼ ਨਾ ਹੋ ਜਾਏ, ਕਿਤੇ ਚਰਚ ਉਹਨੂੰ ਨਾ ਹਟ ਜੇ। ਲੇਕਿਨ ਕੀ ਆ, ਸਾਨੂੰ ਕਿਹਨੂੰ ਖੁਸ਼ ਕਰਨਾ ਚਾਹੀਦਾ? ਯਸ਼ਾਇਆ ਦੀ ਕਿਤਾਬ ਪੜ੍ਹੀ 58 ਅਧਿਆਇ ਦੇ ਪਹਿਲੇ ਵਚਨ ਲਿਖਿਆ, ਸੰਗ ਅੱਡ ਕੇ ਪੁਕਾਰ, ਸਲਫਾ ਨਾ ਕਰ, ਇਹਨਾਂ ਲੋਕਾਂ ਦੇ ਗੁਨਾਹ ਇਹਨਾਂ ਨੂੰ ਚੇਤੇ ਕਰਾ, ਇਹਨਾਂ ਲੋਕਾਂ ਦੀ ਬੁਰਾਈ ਇਹਨਾਂ ਨੂੰ ਦੱਸ। ਤੇ ਫਿਰ ਅਸੀਂ ਕਿਤਨਾ ਚੁੱਪ ਰਹਿ ਸਕਦੇ ਹਾਂ? ਕਿਤਨਾ ਅਸੀਂ ਆਦਮੀ ਨੂੰ ਖੁਸ਼ ਰੱਖ ਸਕਦੇ ਹਾਂ? ਆਦਮੀ ਕਦੀ ਖੁਸ਼ ਨਹੀਂ ਰਹਿੰਦਾ। ਆਦਮੀ ਨੂੰ ਖੁਸ਼ ਨਹੀਂ ਅਸੀਂ ਕਰ ਸਕਦੇ। ਆਦਮੀ ਨੂੰ ਸਿਰਫ ਪਰਮੇਸ਼ਵਰ ਹੀ ਖੁਸ਼ੀ ਦੇ ਸਕਦਾ। ਠੀਕ ਆ, ਹਾਂਜੀ पढ़ दीजिए गलातियां की किताब 1 अध्याय उनका 10 वचन। अब मैं क्या मनुष्य को मानता हूँ या परमेश्वर को? हाँ जी, क्या मैं मनुष्य को प्रसन्न करना चाहता हूँ? यदि मैं अब तक मनुष्य को ही प्रसन्न करता रहता तो मसीह का दास न होता। हाँ कहंदा जे हुण मैं आदमी नूं ही खुश करता रहिंदा ते हुण तक मैं आदमी दा ही दास हुंदा, परमेश्वर दा दास ना हुंदा। फिर मैं ते असीं किहदे दास आ? परमेश्वर दे। जे असीं परमेश्वर दे नौकर आ तां नौकरी किहदी करांगे? परमेश्वर दी करांगे। किसी आदमी दी थोड़ी असीं नौकरी करांगे। ते असीं परमेश्वर दी ही नौकरी करनी आ। परमेश्वर दे दास आ ते परमेश्वर दा ही काम, परमेश्वर दी सच्चाई, परमेश्वर दा वचन ਜਿਹੜਾ परमेश्वर ਸਾਨੂੰ ਦੱਸਣਾ ਚਾਹੁੰਦਾ ਵਾ ਉਹ ਵਚਨ ਹੀ ਅਸੀਂ ਦੱਸਾਂਗੇ, ਸੱਚਾਈ ਦੇ ਨਾਲ ਦੱਸਾਂਗੇ। परमेश्वर ਦੀਆਂ ਗੱਲਾਂ ਦੇ ਵਿੱਚ, परमेश्वर ਦੇ ਵਚਨਾਂ ਦੇ ਵਿੱਚ ਆਪਣੀਆਂ ਗੱਲਾਂ, ਆਪਣੇ ਵਿਚਾਰ ਅਸੀਂ ਸਾਂਝੇ ਨਹੀਂ ਕਰ ਸਕਦੇ। ਜੋ ਚੀਜ਼ ਬਾਣੀ ਦੇ ਵਿੱਚ ਲਿਖੀ ਆ, ਜੋ ਚੀਜ਼ ਪਵਿੱਤਰ ਸ਼ਾਸਤਰ ਦੇ ਵਿੱਚ ਲਿਖੀ ਆ, ਉਸੇ ਚੀਜ਼ ਨੂੰ ਹੀ ਅਸੀਂ ਕੀਆ ਚਲਾਉਣਾ। ਤੇ ਹੁਣ ਅਸੀਂ परमेश्वर ਦੇ ਜਿਹੜਾ ਉਹ ਵੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਲੈ ਕੇ ਸ਼ੁੱਕਰਵਾਰ, ਸ਼ਨੀਵਾਰ ਔਰ ਐਤਵਾਰ ਦੇ ਦਿਨ ਨਾ ਦਿਨਾਂ ਦੇ ਵਿੱਚ ਕੀ ਗਤੀਵਿਧੀਆਂ ਹੋਈਆਂ ਜਿਹੜੀਆਂ ਚੇਲਿਆਂ ਨੇ ਕੀਤੀਆਂ। ਚੇਲਿਆਂ ਦੇ ਦੁਆਰਾ ਕਿਹੜੇ ਇਹੋ ਜਿਹੇ ਕੰਮ ਕੀਤੇ ਗਏ ਜਿੰਦੇ ਤੋਂ ਸਾਨੂੰ ਜਿਹੜਾ ਵਾ ਇਹ ਸੰਕੇਤ ਮਿਲੇ ਕਿ ਹਫਤੇ ਦੇ ਪਹਿਲੇ ਦਿਨ ਸਬਤ ਕਰਨਾ ਚਾਹੀਦਾ ਜਾਂ 7ਵੇਂ ਦਿਨ ਸਬਤ ਕਰਨਾ ਚਾਹੀਦਾ। ਅਸੀਂ ਵੇਖਦੇ ਹਾਂ ਲੂਕਾ ਦੀ ਕਿਤਾਬ ਉਹਦਾ 23 ਅਧਿਆਇ ਉਹਦਾ 50 ਵਚਨ ਤੋਂ ਲੈ ਕੇ 24 ਅਧਿਆਇ ਦੇ 1 ਵਚਨ ਤੱਕ ਪੜ੍ਹ ਸਕਦੇ ਹਾਂ। ਹੁਣ ਵੇਖਣਾ ਹੈ ਕਿ ਅਸੀਂ ਇਹ ਚੀਜ਼ ਜਿਹੜੀ ਉਹ ਸਮਝਣੀ ਹੈ ਕਿ ਪਰਮੇਸ਼ਵਰ ਦੇ ਜਿਹੜੇ ਲੋਕ ਸੀ ਉਹ ਪਰਮੇਸ਼ਵਰ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹਨਾਂ ਨੇ ਸਬਤ ਦੀ ਪਾਲਣਾ ਕੀਤੀ ਜਾਂ ਫਿਰ ਪਰਮੇਸ਼ਵਰ ਦੇ ਖਿਲਾਫ ਹੋ ਕੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕੋਈ ਦਿਨ ਸਥਾਪਿਤ ਕਰ ਲਿਆ। ਹਾਂਜੀ 23 ਅਧਿਆਇ ਦਾ 50 ਤੋਂ 24 ਅਧਿਆਇ ਦੇ 1 ਵਚਨ ਤੱਕ। हाँ उत्थे यूसुफ नाम दा एक महासभा दा सदस्य सी ਜਦੋਂ ਪ੍ਰਭੂ ਯਿਸੂ ਮਸੀਹ ਨੂੰ ਕ੍ਰੋਸ ਤੇ ਚੜਾ ਦਿੱਤਾ ਗਿਆ ਸੀ ਤੇ ਸਬਤ ਸ਼ੁਰੂ ਹੋਣ ਵਾਲਾ ਸੀ। ਉਸ ਦੇ ਬਾਰੇ ਦੇ ਵਿੱਚ ਕੀ ਦੱਸਿਆ? ਹਾਂਜੀ ਜੋ ਸੱਜਣ ਔਰ ਧਰਮੀ ਪੁਰਸ਼ ਥਾ, ਜਿਹੜਾ ਖਾਨਦਾਨੀ ਸੀ, ਚੰਗੇ ਖਾਨਦਾਨ ਦਾ ਸੀ, ਸੱਜਣ ਸੀ ਔਰ ਕੀ ਆ ਧਰਮੀ ਆਦਮੀ ਸੀ। ਹਾਂਜੀ और उनकी योजना और उनके काम से प्रसन्न ना था। हाँ वो किया ਉਹਨਾਂ ਦੀ ਇਸ ਯੋਜਨਾ ਤੋਂ ਖੁਸ਼ ਨਹੀਂ ਸੀ ਕਿ ਉਹਨਾਂ ਨੇ ਮਸੀਹ ਨੂੰ ਜਿਹੜਾ ਵਾ ਉਹ ਕੁਰਬਾਨ ਕਰਤਾ। ਉਹਨੂੰ ਫਿਕਰ ਸੀ ਇਸ ਚੀਜ਼ ਦੀ। ਹਾਂਜੀ वह यहूदियों के नगर अरिमतिया का रहने वाला और परमेश्वर के राज्य की बाट छोड़ने वाला था। ਉਹ ਯਹੂਦੀਆਂ ਦੇ ਇੱਕ ਨਗਰ ਅਰਿਮਤੀਆ ਦਾ ਰਹਿਣ ਵਾਲਾ ਸੀ ਤੇ ਪਰਮੇਸ਼ਵਰ ਦੇ ਰਾਜ ਦੀ ਖੋਜ ਕਰਨ ਵਾਲਾ ਸੀ, ਪਰਮੇਸ਼ਵਰ ਦੇ ਰਾਹਾਂ ਦੇ ਉੱਤੇ ਚੱਲਣ ਵਾਲਾ ਸੀ, ਪਰਮੇਸ਼ਵਰ ਦੀਆਂ ਸਿੱਖਿਆ ਨੂੰ ਮੰਨਣ ਵਾਲਾ ਸੀ। ਹਾਂਜੀ उसने पिलातुस के पास जाकर यीशु का शव मांगा। हाँ ਉਹਨੇ ਪਿਲਾਤੁਸ ਦੇ ਕੋਲੇ ਗਿਆ, ਰਾਜੇ ਦੇ ਕੋਲੇ ਗਿਆ। ਉਹਨੇ ਆਖਿਆ ਕਿ ਇਹ ਲਾਸ਼ ਜਿਹੜੀ ਆ ਉਹ ਮੈਨੂੰ ਦੇ ਦੇ। ਹਾਂਜੀ और उसे उतार कर मलमल की चादर में लपेटा। हाँ ਉਹਨੂੰ ਉਤਾਰਿਆ ਔਰ ਮਲਮਲ ਦੀ ਚਾਦਰ ਦੇ ਵਿੱਚ ਉਹਨੂੰ ਕੀ ਕੀਤਾ? ਲਪੇਟਿਆ। ਹਾਂਜੀ और एक कब्र में रखा। ਹਾਂਜੀ चट्टान में खुदी हुई थी।
ਇੱਕ ਕਬਰ ਦੇ ਵਿੱਚ ਰੱਖਿਆ ਜਿਹੜੀ ਚਟਾਨ ਦੇ ਵਿੱਚ ਖੁਦੀ ਹੋਈ ਸੀ। और उसमें कोई भी कभी न रखा गया था। ਉਸ ਕਬਰ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਨਹੀਂ ਸੀ ਰੱਖਿਆ ਗਿਆ। ਹਾਂਜੀ, वह त्यारी का दिन था। ਉਹ ਤਿਆਰੀ ਦਾ ਦਿਨ ਸੀ। ਹਾਂਜੀ, ਤਿਆਰੀ ਦਾ ਦਿਨ ਕਿਹੜਾ? ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੀ ਹੁੰਦਾ ਹੈ, ਉਹ ਤਿਆਰੀ ਦਾ ਦਿਨ ਸੀ। और सबत का दिन आरंभ होने वाला था। ਹਾਂ, ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ, ਅਜੇ ਸ਼ੁਰੂ ਨਹੀਂ ਹੋਇਆ। ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ। ਤਕਰੀਬਨ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਜਿਹੜਾ ਵਾ ਇਹ ਪਿਲਾਤੁਸ ਦੇ ਕੋਲੇ ਗਿਆ, ਪ੍ਰਭੂ ਯਿਸੂ ਮਸੀਹ ਦੀ ਲਾਸ਼ ਮੰਗੀ। ਹਾਂਜੀ, और स्त्रियों ने जो उसके साथ गलील से आई थी, ਹਾਂਜੀ, पीछे पीछे जाकर उस कब्र को देखा। ਹਾਂ, ਉਹ ਔਰਤਾਂ ਜਿਹੜੀਆਂ ਉਹਦੇ ਨਾਲ ਗਲੀਲ ਤੋਂ ਆਈਆਂ ਸੀ, ਉਹਦੇ ਪਿੱਛੇ ਪਿੱਛੇ ਜਾ ਕੇ ਉਸ ਕਬਰ ਨੂੰ ਵੇਖਿਆ। और यह भी कि उसका शव किस रीति से रखा गया है। ਇਹ ਵੀ ਵੇਖਿਆ ਕਿ ਇਹਦੇ ਲਾਸ਼ ਨੂੰ ਕਿਹੜੀ ਰੀਤੀ ਰਿਵਾਜਾਂ ਦੇ ਨਾਲ ਇਹ ਕਿ ਕਿਸ ਤਰ੍ਹਾਂ ਰੱਖਦੇ ਆ। ਹਾਂਜੀ, तब उन्होंने लौटकर सुगंधित वस्तुएं और इत्र तैयार किया। ਫਿਰ ਉਹਨਾਂ ਨੇ ਵਾਪਸ ਮੁੜ ਕੇ ਸੁਗੰਧ ਤੇ ਇਤਰ ਜਿਹੜਾ ਉਹ ਤਿਆਰ ਕੀਤਾ। और सबत के दिन उन्होंने आज्ञा के अनुसार विश्राम किया। ਹਾਂ, ਇੱਥੇ ਇੱਕ ਚੀਜ਼ ਸਿਰ ਨਾਲ ਆ। ਸਬਤ ਦੇ ਦਿਨ ਫਿਰ ਸ਼ੁੱਕਰਵਾਰ ਨੂੰ ਮੰਨ ਲਓ ਉਹਨਾਂ ਨੇ ਲਾਸ਼ ਨੂੰ ਕਬਰ ਦੇ ਵਿੱਚ ਰੱਖ ਦਿੱਤਾ ਤੇ ਸ਼ਨੀਵਾਰ ਨੂੰ ਸਬਤ ਦੇ ਦਿਨ 7ਵੇਂ ਦਿਨ ਉਹ ਸੁਗੰਧਾਂ ਮਲਣ ਕਿਉਂ ਨਹੀਂ ਗਈਆਂ? ਕਹਿਣਾ ਉਹਨਾਂ ਨੇ ਆਗਿਆ ਦੇ ਅਨੁਸਾਰ ਵਿਸ਼ਰਾਮ ਕੀਤਾ। ਤੇ ਇਹਦਾ ਮਤਲਬ ਪਰਮੇਸ਼ਰ ਨੇ ਫਿਰ ਇਹ ਨਹੀਂ ਆਖਿਆ ਕਿ ਤੁਸੀਂ ਨਵਾਂ ਸਬਤ ਪਹਿਲਾ ਦਿਨ ਮਨਾਉਣਾ, ਨਹੀਂ ਆਖਿਆ ਨਾ ਇਹੋ ਜਿਹਾ ਕੁਛ। ਇਹ ਚੇਲਿਆਂ ਦੀ ਕਲੀਸਿਆ ਸੀ ਜਿਹੜੀ ਉਹਨਾਂ ਨੇ ਕੀ ਕੀਤਾ? ਸਬਤ ਦੇ ਅਨੁਸਾਰ ਜਿਵੇਂ ਮਸੀਹ ਨੇ ਸਿਖਾਇਆ ਸੀ ਉਹਨੂੰ ਕੀ ਕੀਤਾ? ਆਰਾਮ ਕੀਤਾ। ਸਾਨੂੰ ਪਰਮੇਸ਼ਵਰ ਦੇ ਅਨੁਸਾਰ ਚੱਲਣਾ ਚਾਹੀਦਾ ਵਾ। ਅੱਜ ਸਾਡਾ ਅਗਰ ਗੁਰੂ ਮਰ ਜੇ ਤੇ ਅਗਲੇ ਦਿਨ ਸਬਤ ਹੋਵੇ, ਅਸੀਂ ਸਬਤ ਤੇ ਜਾਵਾਂਗੇ ਜਾਂ ਫਿਰ ਉੱਥੇ ਦਲੀ ਤੇ ਜਾ ਕੇ ਬੈਠਾਂਗੇ ਜਿੱਥੇ ਕੋਈ ਮਰਿਆ ਹੋਇਆ? ਹਾਂਜੀ, ਦੋਨਾਂ ਚ ਕਿਹੜੀ ਚੀਜ਼ ਜ਼ਰੂਰੀ ਆ? ਸਬਤ ਜ਼ਰੂਰੀ ਹੈ, ਕਿਉਂਕਿ ਇੱਥੇ ਪ੍ਰਭੂ ਯਿਸੂ ਮਸੀਹ ਦੀ ਲਾਸ਼ ਵੇਖਣ ਨਹੀਂ ਗਈਆਂ, ਬਲਕਿ ਸਬਤ ਦੇ ਦਿਨ ਉਹਨਾਂ ਨੇ ਕੀ ਕੀਤਾ? ਆਰਾਮ ਕੀਤਾ, ਪ੍ਰਾਰਥਨਾ ਕੀਤੀ। ਹਾਂਜੀ, ਅੱਗੇ। परंतु सप्ताह के पहले दिन बड़े भोर को, हाँ, हफ्ते के पहले दिन बड़ी तड़के उठ के वे उन सुगंधित वस्तुओं को जो उन्होंने तैयार की थी, हाँ जी, लेकर कब्र पर आए। हाँ, ये देखो शुक्रवार को तैयार की हुई चीज शनिवार को नहीं लाई। हफ्ते के पहले दिन जड़ा वा वो तड़के सूरज निकलन तो भी पहला जड़ा वा वो इन्नी जल्दी सी उन्होंने उस लाश के उत्ते सुगंधा मलन दी, एडी जल्दी दे नाल वो उत्थे पहुंचीਆਂ। ते मतलब परमेश्वर ने फिर ਇਹੋ ਜਿਹਾ कुछ नहीं आख्या। जे सब्बत दे दिन सुगंधा मलन नहीं गईਆਂ ते पहले दिन चला गईਆਂ ते ना मतलब ये नहीं है कि ਅਸੀਂ पहले दिन संगति कर सकते हैं। ਐਡਾ ਜ਼ਰੂਰੀ ਕੰਮ ਸੀ ਜਿਹੜਾ ਉਹ ਵੀ ਉਹਨਾਂ ਨੇ ਛੱਡ ਦਿੱਤਾ। ਉਹਨਾਂ ਨੇ ਉਸ ਤੋਂ ਅਗਲੇ ਦਿਨ ਸਬਤ ਤੋਂ ਬਾਅਦ ਜਿਹੜਾ ਵਾ ਉਹ ਕੀਤਾ। ਹਾਂਜੀ, उन्होंने पत्थर को कब्र से लुटा हुआ पाया, ਹਾਂਜੀ, पर भीतर जाकर प्रभु यीशु का शव न पाया। ਹਾਂਜੀ, जब इस बात से वो चकित हो रही थी, ਹਾਂਜੀ, तो देखो दो पुरुष झलकते वस्त्र पहने हुए उनके पास आ खड़े हुए। ਹਾਂਜੀ, जब वह डर गई और धरती की ओर झुके रही तो उन्होंने उनसे कहा, ਹਾਂਜੀ, जीते को मरे हुओं में क्यों ढूंढती हो? ਹਾਂਜੀ। ਵੈਸੇ ਜਿਹੜਾ ਵਾ ਇਹ ਪਹਿਲੇ ਵਚਨ ਤੱਕ ਪੜਨਾ ਸੀ ਤੇ ਜਿਹੜਾ ਵਾ ਉਹ ਸ਼ੁੱਕਰਵਾਰ ਜਿਹੜਾ ਉਹਨਾਂ ਨੇ ਆਪਣੇ ਸੁਗੰਧਾਂ ਤਿਆਰ ਕੀਤੀਆਂ ਤੇ ਸ਼ਨੀਵਾਰ ਆਗਿਆ ਦੇ ਅਨੁਸਾਰ ਵਿਸ਼ਰਾਮ ਕੀਤਾ। ਹਫਤੇ ਦੇ ਪਹਿਲੇ ਦਿਨ ਦੱਸਿਆ ਨਾ ਤੂੰ 6 ਦਿਨ ਪੂਰਾ ਕੰਮ ਕਰ ਤੇ ਪਹਿਲੇ ਦਿਨ ਉਹਨੇ ਕੀ ਕੀਤਾ? ਆਪਣੀ ਜਿਹੜੀਆਂ ਸੁਗੰਧਿਤ ਵਸਤੂਆਂ ਤਿਆਰ ਕੀਤੀਆਂ ਸੀ ਉਹ ਲਾਸ਼ ਦੇ ਉੱਤੇ ਮਸਲਣ ਵਾਸਤੇ ਗਈਆਂ, ਲੇਕਿਨ ਉੱਥੇ ਪ੍ਰਭੂ ਯਿਸੂ ਮਸੀਹ ਮੁਰਦਿਆਂ ਚੋਂ ਜਿੰਦਾ ਹੋ ਚੁੱਕਿਆ ਸੀ। ਤੇ ਹੁਣ ਵੇਖਦੇ ਆ ਜਿਹੜਾ ਪਹਿਲੇ ਦਿਨ ਕਹਿ ਸਕਦੇ ਆਪਾਂ ਕਿ ਜਿੱਦਣ ਪ੍ਰਭੂ ਯਿਸੂ ਮਸੀਹ ਨੂੰ ਕਰੋਸ ਤੇ ਚੜਾਇਆ 3 ਦਿਨਾਂ ਦਾ ਸਫ਼ਰ ਸੀ ਤੇ ਪਹਿਲਾ ਦਿਨ ਜਿੱਦਣ ਪ੍ਰਭੂ ਯਿਸੂ ਮਸੀਹ ਨੂੰ ਕਰੋਸ ਦੇ ਉੱਤੇ ਚੜਾਇਆ ਉਹ ਸ਼ੁੱਕਰਵਾਰ ਸੀ, ਤਿਆਰੀ ਦਾ ਦਿਨ ਸੀ ਜਿਹੜਾ ਪੂਰੀ ਦੁਨੀਆ ਮੰਨਦੀ ਆ ਗੁੱਡ ਫਰਾਈਡੇ ਦੇ ਨਾਮ ਤੋਂ। ਲੇਕਿਨ ਜਿਹੜਾ ਯੂਸਫ ਸੀ ਅਰੀਮਥਿਆ ਦਾ ਰਹਿਣ ਵਾਲਾ, ਉਹਨੇ ਸਬਤ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੀ ਕਾਸ਼ ਮੰਗੀ। ਸਬਤ ਸ਼ੁਰੂ ਹੋਣ ਤੋਂ ਪਹਿਲਾਂ ਤੇ ਜਿਹੜਾ ਕੀ ਆ ਕਿ ਸਬਤ ਦਾ ਦਿਨ ਸੀ ਜਿਹੜਾ ਉਹ ਬੀਤਣ ਵਾਲਾ ਸੀ, ਮਤਲਬ ਸ਼ੁਰੂ ਹੋਣ ਤੋਂ ਪਹਿਲਾਂ ਉਹਨੇ ਕੀ ਕੀਤਾ?
ਉਸ ਜਗ੍ਹਾ ਦੇ ਉੱਤੇ ਲਾਸ਼ ਨੂੰ ਲੈ ਕੇ ਤੇ ਕਬਰ ਦੇ ਵਿੱਚ ਸਬਤ ਸ਼ੁਰੂ ਹੋਣ ਤੋਂ ਪਹਿਲਾਂ ਰੱਖ ਦਿੱਤਾ। ਮਤਲਬ ਅਗਰ ਸਬਤ ਮੰਨ ਲਓ ਥੋੜਾ ਹਨੇਰਾ ਵੀ ਹੋ ਜਾਂਦਾ ਤੇ ਲਾਸ਼ ਨੂੰ ਕਬਰ ਦੇ ਵਿੱਚ ਰੱਖ ਦਿੰਦੇ ਤੇ ਫਿਰ ਕੀ ਹੋ ਜਾਣਾ ਸੀ? ਹਾਂਜੀ, ਸਬਤ ਸਟਾਰਟ ਹੋ ਜਾਣਾ ਸੀ, ਲੇਕਿਨ ਸਬਤ ਪਵਿੱਤਰ ਹੋ ਜਾਂਦਾ ਉਦੋਂ। ਇਸ ਕਰਕੇ ਉਹਨਾਂ ਨੇ ਸਬਤ ਦੀ ਐਡੀ ਸਖਤਾਈ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਮੌਤ ਦੇ ਸਮੇਂ ਇੰਨੀ ਸਖਤਾਈ ਦੇ ਨਾਲ ਉਹਦੀ ਪਾਲਣਾ ਕੀਤੀ। ਤੇ ਕਿਵੇਂ ਲੋਕ ਕਹਿ ਦਿੰਦੇ ਆ ਕਿ ਇਹ ਜਿਹੜਾ ਖਤਮ ਕਰ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਦੀ ਡੈਥ ਤੋਂ ਬਾਅਦ, ਜਿਹੜਾ ਵਾ ਮੌਤ ਤੋਂ ਬਾਅਦ ਸਬਤ ਖਤਮ ਹੋ ਗਿਆ। ਜਿਨ੍ਹਾਂ ਨੇ ਉਹਦੀ ਲਾਸ਼ ਨੂੰ ਸਬਤ ਦੇ ਦਿਨ ਜਿਹੜਾ ਵਾ ਉਹ ਕਬਰ ਦੇ ਵਿੱਚ ਨਹੀਂ ਰੱਖਿਆ, ਉਹ ਵੀ ਸਬਤ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਲਾਸ਼ ਨੂੰ ਤਿਆਰ ਕਰਕੇ ਜਲਦੀ ਦੇ ਨਾਲ ਕਬਰ ਦੇ ਵਿੱਚ ਰੱਖ ਕੇ ਤੇ ਅੱਗੇ ਪੱਥਰ ਲਾ ਦਿੱਤਾ। ਕਰ ਸਕਦੇ ਸੀ ਨਾ ਇਸ ਤਰ੍ਹਾਂ, ਪਰ ਉਹਨਾਂ ਨੇ ਨਹੀਂ ਕੀਤਾ। ਫਿਰ ਜਿਹੜਾ ਅਸੀਂ ਵੇਖਦੇ ਆ ਲੂਕਾ ਦੀ ਕਿਤਾਬ 23 ਦੇ ਇਹਦਾ 55 ਤੇ 56 ਵਚਨ, ਉਹ ਜਿਹੜੀਆਂ ਦੋ ਜਨਾਨੀਆਂ ਸੀ ਉਹ ਇਹਨਾਂ ਦੇ ਮਗਰ ਗਈਆਂ। ਉਹਨਾਂ ਨੇ ਜਿਹੜਾ ਵਾ ਉਹ ਇਤਰ ਔਰ ਸੁਗੰਧਾਂ ਜਿਹੜੀਆਂ ਨੇ ਖੁਸ਼ਬੂ ਦੀਆਂ ਉਹ ਤਿਆਰ ਕੀਤੀਆਂ, ਪਰ ਸਬਤ ਦੇ ਦਿਨ ਹੁੰਦੇ ਸਰੀਰ ਦੇ ਉੱਤੇ ਸੁਗੰਧਾਂ ਜਾਂ ਇਤਰ ਜਿਹੜਾ ਉਹ ਛਿੜਕਿਆ ਨਹੀਂ, ਕੁਛ ਨਹੀਂ ਇਹੋ ਜਿਹਾ ਲਾਇਆ। ਉਦੋਂ ਉਹਨਾਂ ਨੇ ਆਗਿਆ ਦੇ ਅਨੁਸਾਰ ਆਰਾਮ ਕੀਤਾ। ਹੁਣ ਅਸੀਂ ਵੇਖਦੇ ਹਾਂ ਕਿ ਸਬਤ ਦੇ ਦਿਨ ਆਰਾਮ ਕਰਨਾ ਪ੍ਰਭੂ ਯਿਸੂ ਮਸੀਹ ਦਾ ਔਰ ਉਹਦੇ ਚੇਲਿਆਂ ਦਾ, ਔਰ ਜਿੰਨੇ ਵੀ ਉਸ ਸਮੇਂ ਪ੍ਰਭੂ ਯਿਸੂ ਮਸੀਹ ਦੇ ਅਨੁਯਾਈ ਸੀ, ਜਿੰਨੇ ਵੀ ਉਸ ਸਮੇਂ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਦੇ ਉੱਤੇ ਚੱਲਣ ਵਾਲੇ ਸੀ, ਉਹਨਾਂ ਲੋਕਾਂ ਦਾ। ਤੇ ਜਦੋਂ ਅਸੀਂ ਪੜ੍ਹਦੇ ਹਾਂ ਲੂਕਾ ਦੀ ਕਿਤਾਬ 23 ਦੇ ਇਹਦਾ 56 ਵਚਨ, ਇਹਦੇ 'ਚ ਸਾਨੂੰ ਸੇਮ ਜਿਹੜਾ ਵਾ ਉਹ ਹੁਣੇ ਅਸੀਂ ਪੜ੍ਹਿਆ ਸੀ ਇਹੋ ਹੀ ਮਿਲਦਾ ਵਾ। ਤੇ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਵਾ ਉਹ ਡੈਥ ਪੂਰਾ ਕਲੀਅਰ ਕਰਦੀ ਆ ਕਿ ਕੁਝ ਵੀ ਜਿਹੜਾ ਸਬਤ ਦੇ ਦਿਨ ਦੇ ਬਾਰੇ ਜਾਂ 10 ਆਗਿਆਵਾਂ ਦੇ ਵਿੱਚੋਂ ਕੁਝ ਵੀ ਨਵਾਂ ਬਦਲਾਵ ਉਹ ਨਹੀਂ ਕੀਤਾ ਗਿਆ ਸੀ, ਕਿਉਂਕਿ ਸਬਤ ਦੇ ਦਿਨ ਆਗਿਆ ਦੇ ਅਨੁਸਾਰ ਉਹਨਾਂ ਔਰਤਾਂ ਨੇ ਕੀ ਕੀਤਾ? ਵਿਸ਼ਰਾਮ ਕੀਤਾ। ਆਗਿਆ ਦੇ ਅਨੁਸਾਰ, ਆਪਣੀ ਮਰਜ਼ੀ ਦੇ ਅਨੁਸਾਰ ਨਹੀਂ। ਕੀ ਲਿਖਿਆ? ਆਗਿਆ ਦੇ ਅਨੁਸਾਰ ਵਿਸ਼ਰਾਮ ਕੀਤਾ। ਇਹ ਤਾਂ ਨਹੀਂ ਨਾ ਲਿਖਿਆ ਵੀ ਆਪਣੀ ਮਰਜ਼ੀ ਦੇ ਅਨੁਸਾਰ ਜਾਂ ਕਿਸੇ ਦੇ ਕਹਿਣ ਤੇ ਜਾਂ ਕਿਸੇ ਆਦਮੀ ਦੀ ਇੱਛਾ ਦੇ ਅਨੁਸਾਰ ਵਿਸ਼ਰਾਮ ਕੀਤਾ, ਇਹ ਨਹੀਂ ਨਾ ਲਿਖਿਆ। ਉਹਨਾਂ ਲਿਖਿਆ ਆਗਿਆ, ਜਿਹੜੀ ਪਰਮੇਸ਼ਰ ਨੇ ਆਗਿਆ ਦਿੱਤੀ ਸੀ ਉਸ ਆਗਿਆ ਦੇ ਅਨੁਸਾਰ ਜਿਹੜਾ ਵਾ ਇਹਨਾਂ ਨੇ ਕੀ ਕੀਤਾ? ਵਿਸ਼ਰਾਮ ਕੀਤਾ। ਹੁਣ ਅਸੀਂ ਇੱਕ ਵਚਨ ਹੋਰ ਪੜ੍ਹਦੇ ਹਾਂ। ਪ੍ਰਭੂ ਯਿਸੂ ਮਸੀਹ ਨੇ ਜਿਹੜਾ ਵਾ ਉਹ 2 ਵਾਰੀ ਜਿਹੜਾ ਵਾ ਉਹ ਕੰਮ ਨੂੰ ਪੂਰਾ ਕੀਤਾ। ਇੱਕ ਵਾਰੀ ਜਦੋਂ ਆਦਮੀ ਨੇ ਪਤਨ ਤੋਂ ਪਹਿਲਾਂ, ਪਾਪ ਕਰਨ ਤੋਂ ਪਹਿਲਾਂ ਪਰਮੇਸ਼ਵਰ ਨੇ ਇੱਕ ਕੰਮ ਪੂਰਾ ਕੀਤਾ। ਉਹਦੇ ਬਾਰੇ ਉਤਪਤੀ ਦੀ ਕਿਤਾਬ ਪਹਿਲਾ ਅਧਿਆਇ ਉਹਦਾ 31 ਤੋਂ ਲੈ ਕੇ 2 ਅਧਿਆਇ ਉਹਦਾ 3ਰੇ ਵਚਨ ਤੱਕ ਪਰਮੇਸ਼ਵਰ ਨੇ ਕੀ ਲਿਖਿਆ। ਹਾਂਜੀ, ਪੜ੍ਹ ਸਕਦੇ ਆ। ਸਬਤ ਨੂੰ ਕਿੰਨਾ ਕੁ ਪਰਮੇਸ਼ਵਰ ਨੇ ਜਿਹੜਾ ਵਾ ਉਹ ਮਜ਼ਬੂਤੀ ਦੇ ਨਾਲ ਜਿਹੜਾ ਸਾਨੂੰ ਆਗਿਆ ਦਿੱਤੀ। ਹਾਂਜੀ, पढ़ दीजिए। तो परमेश्वर ने जो कुछ बनाया था, हाँ जी, सबको देखा तो क्या देखा कि वह बहुत ही अच्छा है। हाँ जी, तथा सांझ हुई, फिर भोर हुआ, इस प्रकार 6वां दिन हो गया। हाँ, कहता भी जो कुछ भी परमेश्वर ने बनाया सी उन्हें देखा भी बहुत सोहना है। फिर कहता शाम हुई, फिर सवेर होया, इस प्रकार 6वां दिन हो गया। क्लियर है? समझ आ गई इत्थों तक? 6वां दिन हो गया। ਹੁਣ 7ਵਾਂ ਦਿਨ ਜਿਹੜਾ ਪਵਿੱਤਰ ਦਿਨ ਆ, 7ਵਾਂ ਦਿਨ ਸਬਤ ਦਾ ਦਿਨ ਆ, ਅੱਜ ਸ਼ਨੀਵਾਰ ਦਾ ਦਿਨ, ਇਹ ਪਾਕ ਤੇ ਪਵਿੱਤਰ ਦਿਨ ਆ, ਮਹਾ ਪਵਿੱਤਰ ਦਿਨ ਆ, ਪਰਮ ਵਿਸ਼ਰਾਮ ਦਾ ਦਿਨ ਆ। ਤੇ ਉਹਦੇ ਬਾਰੇ ਪਰਮੇਸ਼ਵਰ ਨੇ ਕੀ ਆਖਿਆ? ਹਾਂਜੀ ਹਾਂਜੀ ਹਾਂਜੀ। जो आकाश और पृथ्वी और उसकी सारी सेना का बनाना समाप्त हो गया। हाँ जी। और परमेश्वर ने अपना काम जिसे वह करता था 7वें दिन समाप्त किया। हाँ, परमेश्वर जड़ा काम करने दे ਲਈ ਤੇ ਜਿਹੜਾ ਕੰਮ ਪਰਮੇਸ਼ਵਰ ਕਰ ਰਿਹਾ ਸੀ ਉਸ ਕੰਮ ਨੂੰ ਪਰਮੇਸ਼ਵਰ ਨੇ ਕੀ ਕੀਤਾ? ਸਮਾਪਤ ਕੀਤਾ। ਸਮਾਪਤ ਨੂੰ ਸਮਾਪਤ ਵੀ ਕਹਿੰਦੇ ਨਾ ਵੀ ਸਮਾਪਤ ਹੋ ਗਿਆ ਜਾਂ ਪੂਰਾ ਹੋ ਗਿਆ ਕੰਮ ਕਹਿ ਸਕਦੇ ਆ, ਕਿਉਂਕਿ ਅਸੀਂ ਵੇਖਦੇ ਹਾਂ ਪੁਰਾਣੇ ਨਿਯਮ ਦੀ ਭਾਸ਼ਾ ਔਰ ਨਵੇਂ ਨਿਯਮ ਦੀ ਭਾਸ਼ਾ 'ਚ ਥੋੜਾ ਫਰਕ ਆ। ਕਿਉਂਕਿ ਪੁਰਾਣਾ ਨਿਯਮ ਇਬਰਾਨੀ ਭਾਸ਼ਾ ਦੇ ਵਿੱਚ ਲਿਖਿਆ ਗਿਆ, ਹਿਬਰੂ ਭਾਸ਼ਾ ਦੇ ਵਿੱਚ, ਔਰ ਨਵਾਂ ਨਿਯਮ ਯੂਨਾਨੀ ਭਾਸ਼ਾ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ। ਔਰ
ਪੁਰਾਣੇ ਨਿਯਮ 'ਚ ਕੀ ਲਿਖਿਆ ਹੈ ਕਿ ਪਰਮੇਸ਼ਰ ਨੇ ਆਪਣੇ ਕੰਮ ਨੂੰ ਕੀ ਕੀਤਾ, ਸਮਾਪਤ ਕੀਤਾ, ਮਤਲਬ ਪੂਰਾ ਕੀਤਾ। ਔਰ ਫਿਰ ਪਰਮੇਸ਼ਰ ਨੇ ਸਬਤ ਦੇ ਦਿਨ ਕੀ ਕੀਤਾ, ਪਹਿਲਾਂ ਆਪਣਾ ਕੰਮ ਪੂਰਾ ਕੀਤਾ, ਫਿਰ ਕੀ ਕੀਤਾ, ਵਿਸ਼ਰਾਮ ਕੀਤਾ। ਪਹਿਲਾਂ ਆਪਣਾ ਕੰਮ ਪੂਰਾ ਕੀਤਾ, ਫਿਰ ਕੀ ਕੀਤਾ, ਵਿਸ਼ਰਾਮ ਕੀਤਾ। ਹੁਣ ਅਸੀਂ ਜਿਹੜਾ ਵੇਖਦੇ ਹਾਂ ਯੋਹੰਨਾ ਦੀ ਕਿਤਾਬ, ਉਹਦਾ 19 ਅਧਿਆਏ, ਉਹਦਾ 28 ਵਚਨ, ਕਿ ਪਰਮੇਸ਼ਰ ਨੇ ਆਪਣਾ ਕੰਮ ਪੂਰਾ ਨਹੀਂ ਕੀਤਾ ਤੇ ਫਿਰ ਵਿਸ਼ਰਾਮ ਕੀਤਾ। ਯੋਹੰਨਾ ਦੀ ਕਿਤਾਬ, ਉਹਦਾ 19 ਅਧਿਆਏ, ਉਹਦਾ 28 ਵਚਨ, ਇੱਥੇ ਪ੍ਰਭੂ ਯਿਸੂ ਮਸੀਹ ਨੇ ਆਖਿਆ ਪੂਰਾ ਹੋਇਆ। ਜਿਹੜਾ ਕੰਮ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਰਨ ਆਇਆ ਸੀ ਉਹ ਪੂਰਾ ਹੋਇਆ। ਔਰ ਇੱਥੇ ਪੂਰਾ ਹੋਣ ਦੇ ਕਹਿਣ ਦਾ ਕੀ ਮਤਲਬ ਆ ਕਿ ਪ੍ਰਭੂ ਯਿਸੂ ਮਸੀਹ ਇੱਕ ਨਵੀਂ ਸ੍ਰਿਸ਼ਟੀ ਦੀ ਰਚਨਾ ਕਰਨ ਆਇਆ ਸੀ, ਕਿ ਜਿਹੜਾ ਵੀ ਆਦਮੀ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੇ ਉਹ ਨਵੀਂ ਸ੍ਰਿਸ਼ਟੀ ਦਾ ਹੱਕਦਾਰ ਹੋ ਜਾਵੇ। ਤੇ ਪ੍ਰਭੂ ਯਿਸੂ ਮਸੀਹ ਨੇ ਕੀ ਆਖਿਆ, ਪੂਰਾ ਹੋਇਆ। ਹਾਂਜੀ, ਪੜ੍ਹ ਸਕਦੇ ਹਾਂ ਯੋਹੰਨਾ ਦੀ ਕਿਤਾਬ, ਉਹਦਾ 19 ਅਧਿਆਏ 28 ਤੋਂ 30 ਵਚਨ। ਯੋਹੰਨਾ 19 अध्याय 28 ਤੋਂ 30। इसके बाद यीशु ने यह जानकर कि अब सब कुछ पूरा हो चुका, हाँ जी, इसलिए कि पवित्र शास्त्र में जो कहा गया वह पूरा हो, हाँ जी, कहा मैं प्यासा हूँ। हाँ जी, वहाँ सिरके से भरा हुआ एक बर्तन रखा था। हाँ जी, अब उन्होंने सिरके में भिगोए हुए स्पंज को रूपे पर रखकर उनके मुंह से लगाया। हाँ जी, जब यीशु ने यह सिरका लिया तो कहा पूरा हुआ। हाँ जी। वो सिर झुकाकर प्राण त्याग दिए। प्राण जड़े आ सिर झुका के की कीते, त्याग दिते। ਅਸੀਂ ਉਤਪਤੀ ਦੇ ਵਿੱਚ ਵੇਖਿਆ ਪਰਮੇਸ਼ਰ ਨੇ ਕੰਮ ਨੂੰ ਕੀ ਕੀਤਾ, ਪੂਰਾ ਕੀਤਾ, ਸਮਾਪਤ ਕੀਤਾ ਕੰਮ। ਉਸ ਤੋਂ ਬਾਅਦ ਕੀ ਕੀਤਾ, ਵਿਸ਼ਰਾਮ ਕੀਤਾ। ਔਰ ਇੱਥੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕੀ ਆਖਿਆ, ਪੂਰਾ ਹੋਇਆ। ਇੱਥੇ ਫਿਰ ਉਹਨੇ ਆਪਣਾ ਕੰਮ ਪੂਰਾ ਕੀਤਾ ਤੇ ਫਿਰ ਕੀ ਕੀਤਾ, ਵਿਸ਼ਰਾਮ ਕੀਤਾ। ਇਹ ਵੇਖੋ ਪਰਮੇਸ਼ਰ ਨੇ ਆਪਣਾ ਕੰਮ ਪੂਰਾ ਕਰਨ ਦੇ ਨਾਲ ਹੀ ਵਿਸ਼ਰਾਮ ਕੀਤਾ, ਤੇ ਉਹਨੂੰ ਕਿਸ ਤਰ੍ਹਾਂ ਕਹਿ ਸਕਦਾ ਵਾ, 2 ਵਾਰੀ ਪਰਮੇਸ਼ਰ ਨੇ ਵਿਸ਼ਰਾਮ ਕੀਤਾ। ਵੈਸੇ ਤਾਂ ਹਰ ਰੋਜ਼ ਕਰਦਾ ਹੈ, ਲੇਕਿਨ ਸਮਝਾਉਂਦੇ ਨਹੀਂ। ਬਾਈਬਲ ਦੇ ਵਿੱਚ ਇੱਕ ਉਤਪਤੀ ਦੇ ਵਿੱਚ ਪਰਮੇਸ਼ਰ ਨੇ ਆਰਾਮ ਕੀਤਾ, ਇੱਕ ਯੋਹੰਨਾ ਦੀ ਕਿਤਾਬ ਦੇ ਵਿੱਚ ਪਰਮੇਸ਼ਰ ਨੇ ਕੀ ਕੀਤਾ, ਆਰਾਮ ਕੀਤਾ। ਤਾਂ ਫਿਰ ਕਿਸ ਤਰ੍ਹਾਂ ਪਰਮੇਸ਼ਰ ਦੇ ਚੇਲੇ ਜਿਹੜੇ ਇਸ ਦਿਨ ਨੂੰ ਬਦਲ ਸਕਦੇ ਸੀ, ਬਦਲ ਸਕਦੇ ਸੀ? ਮਤਲਬ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਿਰਫ ਮਨ ਘੜਤ ਕਹਾਣੀਆਂ, ਮਨ ਘੜਤ ਗੱਲਾਂ, ਆਪਣੇ ਮਨ ਦੇ ਵਿਚਾਰ ਜਿਹੜੇ ਆ ਉਹ ਲੋਕਾਂ ਨੂੰ ਸਾਂਝੇ ਕਰਦੇ ਰਹਿਣਾ। ਹੁਣ ਅਸੀਂ ਵੇਖਦੇ ਹਾਂ ਕਿ ਜਿਹੜਾ ਸੰਡੇ ਦਾ ਦਿਨ ਸੀ, ਉਹਦੀ ਕੀ ਗਤੀਵਿਧੀਆਂ ਸੀ, ਹਫਤੇ ਦੇ ਪਹਿਲੇ ਦਿਨ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਕਿਹੜੀਆਂ ਸੀ। ਕਿ ਹਫਤੇ ਦੇ ਪਹਿਲੇ ਦਿਨ ਲੋਕ ਕਹਿੰਦੇ ਆ ਕਿ ਚੇਲੇ ਇਕੱਠੇ ਹੋਏ, ਹਫਤੇ ਦੇ ਪਹਿਲੇ ਦਿਨ ਹੀ ਪ੍ਰਭੂ ਯਿਸੂ ਮਸੀਹ ਨੂੰ ਕਰੋਸ ਚੜਾ ਦਿੱਤਾ ਸੀ, ਤੇ ਉਸ ਤੋਂ ਬਾਅਦ ਵਿਸ਼ਰਾਮ ਕੀਤਾ, ਕਬਰ ਦੇ ਵਿੱਚ ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੇ ਆ ਚੇਲੇ ਇਕੱਠੇ ਹੋਏ ਸੀ, ਉਹ ਬੰਦਗੀ ਕਰ ਰਹੇ ਸੀ, ਤੇ ਉਹਨਾਂ ਨੂੰ ਕੌਣ ਆਣ ਕੇ ਮਿਲਿਆ, ਪ੍ਰਭੂ ਯਿਸੂ ਮਸੀਹ ਉਹਨਾਂ ਦੇ ਕੋਲੇ ਆਇਆ। ਤੇ ਕੀ ਇਹ ਸੱਚ ਹੈ ਕਿ ਫਿਰ ਉਸ ਸਮੇਂ ਤੋਂ ਸੰਡੇ ਨੂੰ ਬੰਦਗੀ ਕਰਨ ਲੱਗੇ? ਅਸੀਂ ਪੜ੍ਹਦੇ ਹਾਂ ਯੋਹੰਨਾ ਦੀ ਕਿਤਾਬ 20 ਅਧਿਆਏ, ਉਹਦਾ 19 ਵਚਨ, ਕਿ ਜਿਹੜਾ ਐਤਵਾਰ ਦਾ ਦਿਨ ਸੀ, ਉਹ ਚੇਲਿਆਂ ਦਾ ਇਕੱਠਾ ਹੋਣਾ ਵਿਸ਼ਵਾਸ ਦੇ ਵਿੱਚ ਇੱਕ ਆਨੰਦ ਦਾ ਜਸ਼ਨ ਮਨਾਉਣ ਦਾ ਦਿਨ ਸੀ। ਜਾਂ ਪਰਮੇਸ਼ਰ ਨੇ ਆਖਿਆ ਕਿ ਇਸ ਤਰ੍ਹਾਂ ਤੁਸੀਂ ਜਸ਼ਨ ਮਨਾ ਸਕਦੇ ਜੇ ਤੁਸੀਂ ਹਫਤੇ ਦੇ ਪਹਿਲੇ ਦਿਨ। ਹਾਂਜੀ, ਉਹ ਕਿਸ ਤਰ੍ਹਾਂ ਖੁਸ਼ੀ ਦੇ ਨਾਲ ਇਕੱਠੇ ਹੋਏ ਸੀ, ਬੰਦਗੀ ਕਰਨ ਲਈ ਇਕੱਠੇ ਹੋਏ ਸੀ, ਜਾਂ ਕੋਈ ਹੋਰ ਮਕਸਦ ਸੀ ਉਹਨਾਂ ਦੇ ਇਕੱਠੇ ਹੋਣ ਦਾ? ਹਾਂਜੀ, ਪੜ੍ਹ ਸਕਦੇ ਹਾਂ ਯੋਹੰਨਾ ਦੀ ਕਿਤਾਬ, ਉਹਦਾ 20 ਅਧਿਆਏ, ਉਹਦਾ 19 ਵਚਨ। उसी दिन जो सप्ताह का पहला दिन था, ਹਾਂਜੀ, ਉਸੇ ਦਿਨ ਜਿਹੜਾ ਹਫਤੇ ਦਾ ਪਹਿਲਾ ਦਿਨ ਸੀ, ਅੱਜ ਦੇ ਸਮੇਂ 'ਚ ਅਸੀਂ ਕਹਿ ਦਿੰਦੇ ਹਾਂ ਸੰਡੇ ਸੀ ਜਿਹੜਾ। ਹਾਂਜੀ, संध्या के समय जब वहाँ के द्वार जहाँ चेले थे, ਹਾਂ, ਸ਼ਾਮ ਦੇ ਸਮੇਂ ਉਸ ਦਰਵਾਜ਼ੇ ਦੇ ਉੱਤੇ ਜਿੱਥੇ ਚੇਲੇ ਸੀ, यहूदियों के डर के मारे बंद थे। ਯਹੂਦੀਆਂ ਦੇ ਡਰ ਦੇ ਕਰਕੇ ਕੀ ਸੀ, ਬੰਦ ਸੀ। ਹਾਂਜੀ, तब यीशु आया और उनके बीच में खड़ा होकर उसने कहा, ਹਾਂਜੀ, तुम्हें शांति मिले। ਫਿਰ ਪ੍ਰਭੂ ਯਿਸੂ ਮਸੀਹ ਆਇਆ ਔਰ ਕਹਿੰਦਾ ਤੁਹਾਨੂੰ ਕੀ ਹੋਵੇ, ਸ਼ਾਂਤੀ ਮਿਲੇ। ਜਿੰਨਾ ਮਤਲਬ ਹੈ ਸਲਾਮ। ਸਲਾਮ ਦਾ ਮਤਲਬ ਕੀ ਆ, ਤੁਹਾਨੂੰ ਸ਼ਾਂਤੀ ਮਿਲੇ। ਅਸੀਂ ਸਲਾਮ ਕਹਿੰਦੇ ਆ, ਸਲਾਮ ਦਾ ਮਤਲਬ ਆ ਤੁਹਾਨੂੰ ਸ਼ਾਂਤੀ ਮਿਲੇ।
ਇੱਕ ਦੂਸਰੇ ਨੂੰ ਆਸ਼ੀਰਵਾਦ ਜਿਹੜਾ ਵਾ ਇਸ ਤਰ੍ਹਾਂ ਦਿੱਤਾ ਜਾਂਦਾ ਵਾ। ਔਰ ਇਹਨਾਂ ਦੋਨਾਂ ਇੱਕ ਪਰਸਨ ਹੋਰ ਪੜਾਉਣਾ, ਦੋਨਾਂ ਨੂੰ ਅਸੀਂ ਇਕੱਠਾ ਕੰਪੈਰੀਜ਼ਨ ਕਰਾਂਗੇ ਕਿ ਵਾਕਈ ਪਹਿਲਾ ਦਿਨ ਜਿਹੜਾ ਵਾ ਚੇਲਿਆਂ ਨੇ ਜਿਹੜਾ ਵਾ ਉਹ ਸਬਤ ਦੇ ਦਿਨ ਦੇ ਕਰਕੇ, ਨਵੇਂ ਸਬਤ ਦੇ ਕਰਕੇ ਮਨਾਇਆ, ਜਾਂ ਫਿਰ ਉਹ ਕਿਸੇ ਹੋਰ ਵਜ੍ਹਾ ਤੋਂ ਇਕੱਠੇ ਹੋਏ ਸੀ। ਮਰਕੁਸ ਦੀ ਕਿਤਾਬ ਇਸ ਜਗ੍ਹਾ ਤੇ ਉਂਗਲੀ ਰੱਖ ਲੈਣਾ। ਮਰਕੁਸ ਦੀ ਕਿਤਾਬ 16 ਅਧਿਆਏ ਉਹਦਾ 14 ਵਚਨ। ਹਾਂਜੀ, ਮਰਕੁਸ ਦੀ ਕਿਤਾਬ 16 ਅਧਿਆਏ ਉਹਦਾ 14 ਵਚਨ। ਪਰਮੇਸ਼ਵਰ ਨੇ ਜਿਹੜਾ ਵਾ ਆਪਦੇ ਚੇਲਿਆਂ ਨੂੰ ਆਖਿਆ ਕਿ ਤੁਸੀਂ ਮੇਰੀ ਮੌਤ ਤੋਂ ਬਾਅਦ ਜਾਂ ਮੇਰੇ ਸਵਰਗ ਜਾਣ ਤੋਂ ਬਾਅਦ ਤੁਸੀਂ ਪਹਿਲੇ ਦਿਨ ਪ੍ਰਾਰਥਨਾ ਕਰਿਆ ਕਰਨਾ। ਇਹੋ ਜਿਹਾ ਕੁਝ ਆਗਿਆ ਦਿੱਤੀ। ਹਾਂਜੀ, पीछे वह उन 11 को भी जब वह भोजन करने बैठे थे हाँ जी। दिखाई दिया ਹਾਂਜੀ, और उनके अविश्वास और मन की कठोरता पर उलाहना दिया। ਹਾਂ ਹੁਣ ਇਹ ਵੇਖੋ ਵੀ ਇਹ ਵਿਸ਼ਵਾਸ ਦੇ ਨਾਲ ਇਕੱਠੇ ਹੋਏ ਸੀ ਜਾਂ ਬਿਨਾਂ ਵਿਸ਼ਵਾਸ ਦੇ ਇਕੱਠੇ ਹੋਏ ਸੀ। ਲਿਖਿਆ ਉਹਨਾਂ ਦੇ ਇਹ ਵਿਸ਼ਵਾਸ ਤੇ ਮਨ ਦੀ ਕਠੋਰਤਾ ਦੇ ਕਰਕੇ ਪਰਮੇਸ਼ਵਰ ਨੇ ਉਹਨਾਂ ਨੂੰ ਲਾਮਾ ਦਿੱਤਾ ਸੀ। ਉਦੋਂ ਉਹ ਡਰਦੇ ਮਾਰੇ ਇਕੱਠੇ ਹੋਏ ਸੀ, ਬਿਨਾਂ ਵਿਸ਼ਵਾਸ ਦੇ ਇਕੱਠੇ ਹੋਏ ਸੀ। ਤੇ ਕਿਵੇਂ ਕਹਿ ਸਕਦੇ ਹਾਂ ਕਿ ਪਹਿਲੇ ਦਿਨ ਬੰਦਗੀ ਕਰਨ ਲਈ ਇਕੱਠੇ ਹੋਏ ਸੀ? ਬੰਦਗੀ ਕਰਨ ਲਈ ਇਕੱਠੇ ਹੋਏ ਸੀ ਉਹ ਬਿਨਾਂ ਵਿਸ਼ਵਾਸ ਦੇ। ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਸੀ, ਲੇਕਿਨ ਡਰਦੇ ਮਾਰੇ ਕੀਆ ਉਹ ਇਕੱਠੇ ਹੋਏ ਸੀ। ਹਾਂਜੀ, क्योंकि जिन्होंने उसे जी उठने के बाद उसे देखा था ਹਾਂ उन्होंने उनकी प्रतीति ना की थी। ਹਾਂ ਇਹਨਾਂ ਦੀ ਪ੍ਰਤੀਤ ਹੀ ਨਹੀਂ ਸੀ ਕੀਤੀ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਤੋਂ ਬਾਅਦ ਜਿਨ੍ਹਾਂ ਨੇ ਵੇਖਿਆ। ਹੁਣ ਅਸੀਂ ਪਹਿਲਾ ਕਾਰਨ ਜਿਹੜਾ ਵਾ ਉਹ ਇਹ ਵੇਖਦੇ ਆ ਕਿ ਜਿਹੜੇ ਚੇਲੇ ਆ ਉਹ ਖੁਸ਼ੀ ਦੇ ਨਾਲ ਇਕੱਠੇ ਨਹੀਂ ਸੀ ਹੋਏ ਕਿ ਅਸੀਂ ਪਹਿਲੇ ਦਿਨ ਬੰਦਗੀ ਕਰੀਏ। ਉਹ ਕਾਹਦੇ ਲਈ ਇਕੱਠੇ ਹੋਏ ਸੀ? ਯਹੂਦੀਆਂ ਦੇ ਡਰ ਦੇ ਕਰਕੇ ਕਿਤੇ ਸਾਨੂੰ ਮਾਰ ਨਾ ਦੇਣ, ਵੀ ਇਹ ਵੀ ਉਹਦੇ ਨਾਲ ਤੁਰੇ ਫਿਰਦੇ ਸੀ, ਇਹਨਾਂ ਨੂੰ ਵੀ ਖਤਮ ਕਰ ਦੋ। ਉਹ ਡਰ ਦੇ ਮਾਰੇ ਇਕੱਠੇ ਹੋਏ ਸੀ, ਬੰਦਗੀ ਕਰਨ ਦੇ ਲਈ ਇਕੱਠੇ ਨਹੀਂ ਸੀ ਹੋਏ। ਔਰ ਦੂਸਰਾ ਕਾਰਨ ਕੀ ਆ? ਪਵਿੱਤਰ ਸ਼ਾਸਤਰ ਜਿਹੜਾ ਇਸ ਗੱਲ ਦਾ ਕੋਈ ਸੰਦੇਸ਼ ਨਹੀਂ ਦਿੰਦਾ ਕਿ ਉਤਸਵ ਮਨਾਉਣ ਦੇ ਲਈ ਉਹ ਇਕੱਠੇ ਹੋਏ ਜਾਂ ਕੋਈ ਖੁਸ਼ੀ ਮਨਾਉਣ ਦੇ ਲਈ ਜਾਂ ਕੋਈ ਤਿਉਹਾਰ ਦੇ ਲਈ ਇਕੱਠੇ ਹੋਏ, ਬਲਕਿ ਉਹਨਾਂ ਨੇ ਆਪਣੇ ਦਰਵਾਜ਼ੇ ਬੰਦ ਕੀਤੇ ਸੀ ਯਹੂਦੀਆਂ ਦੇ ਡਰ ਦੇ ਕਰਕੇ। ਔਰ ਇਸ ਜਗ੍ਹਾ ਤੇ ਜਿਹੜਾ ਇਹ ਦਿਖਾਉਂਦੇ ਆ ਉਹਨਾਂ ਦੇ ਡਰ ਦੀ ਇੱਕ ਤਸਵੀਰ ਜਿਹੜੀ ਦਿਖਾਈ ਜਾਂਦੀ ਆ ਵੀ ਇਹ ਡਰੇ ਹੋਇਆਂ ਨੇ ਦਰਵਾਜ਼ਾ ਬੰਦ ਕੀਤਾ, ਖੁਸ਼ੀ ਦੇ ਨਾਲ ਨਹੀਂ। ਖੁਸ਼ੀ ਦੇ ਨਾਲ ਦਰਵਾਜ਼ਾ ਬੰਦ ਕਰਦੇ ਤੇ ਪਰਮੇਸ਼ਵਰ ਉਹਨਾਂ ਦੇ ਕੋਲੇ ਪ੍ਰਭੂ ਯਿਸੂ ਮਸੀਹ ਆਉਂਦਾ ਤੇ ਉਹਨਾਂ ਨੂੰ ਉਹ ਖੁਸ਼ੀ ਦੇ ਨਾਲ ਆਸ਼ੀਸ਼ ਦੇ ਕੇ ਜਾਂਦਾ। ਪਰ ਕੀ ਦੇ ਕੇ ਗਿਆ? ਲਾਮਾ ਦੇ ਕੇ ਗਿਆ ਕਿ ਉਹਨਾਂ ਨੂੰ ਕਹਿੰਦਾ ਤੁਹਾਡੇ ਇਹ ਵਿਸ਼ਵਾਸ ਤੇ ਮਨ ਦੀ ਕਠੋਰਤਾ ਦੇ ਕਰਕੇ ਕਹਿੰਦਾ ਇਹਨਾਂ ਨੂੰ ਕੀਆ ਪਰਮੇਸ਼ਵਰ ਨੇ, ਪ੍ਰਭੂ ਯਿਸੂ ਮਸੀਹ ਨੇ ਕੀਆ ਉਲਾਮਾ ਦਿੱਤਾ। ਫਿਰ ਤੀਸਰਾ ਕਾਰਨ, ਉਸ ਜਗ੍ਹਾ ਤੇ ਵਿਸ਼ਵਾਸ ਦੇ ਨਾਲ ਭਰ ਕੇ ਆਰਾਧਨਾ ਨਹੀਂ ਸੀ ਕਰ ਰਹੇ। ਉਹ ਕੀ ਕਰ ਰਹੇ ਸੀ? ਬਲਕਿ ਮਨ ਦੀ ਕਠੋਰਤਾ ਦੇ ਕਰਕੇ ਉਹਦੇ ਡਰੇ ਪਏ ਸੀ। ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਇਹ ਵਿਸ਼ਵਾਸ ਤੇ ਮਨ ਦੀ ਕਠੋਰਤਾ ਦੇ ਕਰਕੇ ਉਹ ਡਰੇ ਪਏ ਸੀ। ਉਹ ਵਿਸ਼ਵਾਸ ਦੇ ਨਾਲ ਨਹੀਂ ਸੀ ਭਰੇ ਹੋਏ। ਉਸ ਤੋਂ ਬਾਅਦ ਇਹੋ ਜਿਹੇ ਜਿਹੜਾ ਉਹਨਾਂ ਨੇ ਡਰ ਕੇ ਇਕੱਠੇ ਹੋਏ ਸੀ, ਪਰਮੇਸ਼ਵਰ ਨੇ ਉਹਨਾਂ ਦੀ ਤਾਰੀਫ ਨਹੀਂ ਕੀਤੀ, ਬਲਕਿ ਕੀ ਕੀਤਾ? ਉਹਨਾਂ ਨੂੰ ਉਲਾਮਾ ਦਿੱਤਾ, ਉਹਨਾਂ ਨੂੰ ਝਿੜਕਿਆ ਪਰਮੇਸ਼ਵਰ ਨੇ। ਹੁਣ ਕੀ ਆ ਕਿ ਜਿਹੜੇ ਵੀ ਅਸੀਂ ਅੱਜ ਦਾ ਵਚਨ ਪੜਿਆ ਜਾਂ ਜਿਹੜੀਆਂ ਅਸੀਂ ਜੋ ਵੀ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵਰਸਾਂ ਪੜੀਆਂ, ਜੋ ਵੀ ਦਲੀਲਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ, ਇਹਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਨਾ ਤੇ ਪ੍ਰਭੂ ਯਿਸੂ ਮਸੀਹ ਨੇ ਤੇ ਨਾ ਹੀ ਉਹਦੇ ਚੇਲਿਆਂ ਨੇ ਐਤਵਾਰ ਨੂੰ ਸਬਤ ਦੇ ਦਿਨ ਦੇ ਰੂਪ ਦੇ ਵਿੱਚ ਵੇਖਿਆ। ਐਤਵਾਰ ਨੂੰ ਸਬਤ ਨਹੀਂ ਆਖਿਆ ਗਿਆ, ਉਹਨਾਂ ਨੇ 7ਵੇਂ ਦਿਨ ਨੂੰ ਹੀ ਸਬਤ ਆਖਿਆ। ਪਹਿਲੇ ਦਿਨ ਨੂੰ ਸਬਤ ਜਿਹੜਾ ਵਾ ਉਹ ਨਹੀਂ ਆਖਿਆ। ਤੇ ਅਸੀਂ ਵੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਬਾਅਦ ਉਹਦੇ ਚੇਲਿਆਂ ਨੇ ਜਿਹੜਾ ਵਾ ਉਹ ਸਬਤ ਨੂੰ ਬੜੀ ਗੰਭੀਰਤਾ ਦੇ ਨਾਲ, ਬੜੀ ਮਜ਼ਬੂਤੀ ਦੇ ਨਾਲ, ਜਦੋਂ ਪਰਮੇਸ਼ਵਰ ਉਹਨਾਂ ਨੂੰ ਝਿੜਕ ਕੇ ਗਿਆ, ਪ੍ਰਭੂ ਯਿਸੂ ਮਸੀਹ ਝਿੜਕ ਕੇ ਗਿਆ, ਉਸ ਤੋਂ ਬਾਅਦ ਹੋਰ ਮਜ਼ਬੂਤੀ ਦੇ ਨਾਲ ਉਹਨਾਂ ਨੇ ਕੀ ਕੀਤਾ? ਪਰਮੇਸ਼ਵਰ ਦਾ ਵਚਨ ਜਿਹੜਾ ਵਾ ਉਹ ਸੁਣਾਉਣਾ ਸ਼ੁਰੂ ਕੀਤਾ। ਫਿਰ ਉਹਨਾਂ ਦੇ ਵਿੱਚ ਵਿਸ਼ਵਾਸ ਆਇਆ, ਫਿਰ ਉਹਨਾਂ ਨੇ ਉਹਨਾਂ 10 ਆਗਿਆਵਾਂ ਨੂੰ ਮੰਨਣਾ ਸ਼ੁਰੂ ਕੀਤਾ। ਤੇ ਇਸ ਕਰਕੇ ਸਾਨੂੰ ਜ਼ਰੂਰਤ ਆ, ਅੱਜ ਅਗਰ ਸਾਨੂੰ ਕੋਈ ਗੁੰਮਰਾਹ ਕਰਨ ਦੇ ਵਾਸਤੇ ਆਵੇ, ਅੱਜ ਸਾਨੂੰ ਕੋਈ ਸਾਡੇ ਪਰਮੇਸ਼ਵਰ ਦੇ ਨਕਸ਼ੇ ਕਦਮ ਤੋਂ ਪਿੱਛੇ ਚੱਲਣ ਤੋਂ ਸਾਨੂੰ ਰੋਕੇ, ਆਖੇ ਨਹੀਂ ਉਹ ਰਸਤਾ ਸਹੀ ਨਾ, ਤੁਸੀਂ ਇੱਧਰ ਆਓ, ਤੇ ਸਾਨੂੰ ਉਹਨਾਂ ਨੂੰ ਜਵਾਬ ਦੇਣਾ ਹੈ ਕਿ ਤੁਸੀਂ ਮੈਨੂੰ ਬਾਈਬਲ 'ਚ ਦਿਖਾਓ, ਕਲੀਅਰ ਕਰੋ। ਉਸ ਤੋਂ ਬਾਅਦ ਜਿਹੜਾ ਵਾ
मैं सोचांगा, मैं विचार करांगा कि मैं जड़ा वा उस सब्बत नूं अपवित्र करना है या नहीं करना। ते अगर सब्बत दे दिन तो बाद हफ्ते दे पहले दिन नूं सब्बत दे विच बदलण दी जिहड़ी घटना जिहड़ी है इन्नी ज़्यादा महत्वपूर्ण हुंदी, इन्नी ज़्यादा खास जड़ा वो महत्व हुंदा, इहदा इन्ना ज़्यादा मकसद हुंदा इहनूं बदलण दा, परमेश्वर की एडी योजना हुंदी ते ओह की करदा, इस चीज़ के बारे जरूर दसदा। जिवें दस्सिया कि अज तो बाद कोई बलि नहीं चढ़ेगी, यह भी दस सकदा सी कि प्रभु यीशु मसीह की मौत तो बाद हफ्ते का पहला दिन सब्बत का दिन होएगा, दस सकदा सी, लेकिन बाइबल दे विच नहीं दस्सिया। ते बाइबल दे विच जड़ा वा इहो जिहा कोई जड़ा अंश नहीं पाया गया जिहदे नाल चेलियां ने भी जड़ा वा ओह हफ्ते दे पहले दिन नूं सब्बत जां हफ्ते दे पहले दिन नूं पवित्र सभा करन दा ऐलान कीता होवे। ਅਸੀਂ परमेश्वर के वचन ਦੇ ਵਿੱਚ पढ़ लिया और प्रभु यीशु मसीह ने अपनी ਜਿਹੜੀ शिक्षा ਜਿਹੜੀ ਆ ਉਹ ਇਸ ਵਾਸਤੇ ਨਹੀਂ ਸੀ ਦਿੱਤੀ ਕਿ ਇਹ ਬਾਅਦ ਚੋਂ ਕੁਝ ਸਮੇਂ ਬਾਅਦ ਇਹਨੂੰ ਭੁੱਲ ਜਾਣ ਜਾਂ ਕੁਝ ਸਮੇਂ ਬਾਅਦ ਬਦਲ ਦੇਣ। ਉਹ ਬਦਲਣਾ ਚਾਹੁੰਦਾ ਤੇ ਖੁਦ ਆਪ ਹੀ ਬਦਲ ਕੇ ਜਾਂਦਾ, ਕਿਉਂਕਿ ਅਧਿਕਾਰ ਪ੍ਰਭੂ ਯੀਸ਼ੂ ਮਸੀਹ ਦੇ ਕੋਲੇ ਹੀ ਆ। ਸਾਡੇ ਕੋਲੇ ਕਾਹਦਾ ਅਧਿਕਾਰ ਆ? ਬੱਚਿਆਂ ਨੂੰ ਸੁਣਾਉਣ ਦਾ ਅਧਿਕਾਰ ਆ, ਬਿਮਾਰਾਂ ਲਈ ਦੁਆਵਾਂ ਕਰਨ ਦਾ ਅਧਿਕਾਰ ਆ। ਸਾਡੇ ਕੋਲੇ परमेश्वर की व्यवस्था ਨੂੰ ਬਦਲਣ ਦਾ ਅਧਿਕਾਰ नहीं आ। साडे कोले परमेश्वर दियां लिखियां होइयां गल्लां नूं, परमेश्वर दियां आग्यावां नूं बदलण दा अधिकार साडे कोले नहीं आ। साडे कोले किहड़ा अधिकार है? सिर्फ एक दूसरे दे लई प्रार्थना करन दा, एक दूसरे नूं परमेश्वर दा वचन सुणाउण दा, एक दूसरे दे नाल परमेश्वर दा वचन साझा करन दा ते रोगियां बीमारां वास्ते प्रार्थना करन दा अधिकार परमेश्वर ने सानूं दित्ता। इस करके सानू चाहिए परमेश्वर के व्यवस्था के अनुसार, परमेश्वर दी आज्ञा के अनुसार चलिए, ताकि परमेश्वर के हजूरों साढ़े सारे दे लई सुख दे दिन आ सकन। आमीन।